ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਕੋਟਾਨ ਕੋਟਾਨ ਸ਼ੁਕਰਾਨਾ ਅਕਾਲ ਪੁਰਖ ਪਾਰ ਬ੍ਰਹਮ ਪਰਮਾਤਮਾ ਦਾ, ਜੁਗੋ ਜੁਗ ਅਟਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਾਰੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਦਾ, ਇਸ ਸਮੇਂ ਦਾ, এনवायरमेंट ਦਾ, ਸਾਧਨ ਦਾ, ਜਿਹਦੇ ਥਰੂ ਅਸੀਂ ਸੰਗਤੀ ਰੂਪ ਵਿੱਚ ਜੁੜੇ ਹੋਏ ਹਾਂ, ਸੇਵਾਦਾਰਾਂ ਦਾ ਕੋਟਾਨ ਕੋਟਾਨ ਸ਼ੁਕਰਾਨਾ। ਤਾਂ ਸੰਗਤ ਜੀ, ਅੱਜ ਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜਾ ਟੌਪਿਕ ਅਸੀਂ ਲਿਆ ਨਾ, ਹੀਲਿੰਗ ਬਾਏ ਫॉरगिवनेस। ਸੋ ਮਾਫ ਕਰਨ ਦੇ ਨਾਲ ਹੀਲਿੰਗ ਹੋਣੀ, ਟੋਟਲ ਹੀਲਿੰਗ, ਕੱਲੀ ਸਰੀਰ ਦੀ ਨਹੀਂ, ਸਾਡੇ ਧੁਰ ਅੰਦਰਲੇ ਸਿਸਟਮ ਤੱਕ ਦੀ ਜਿੱਥੇ ਮੇਲਾਂ ਜੜੀਆਂ ਹੋਈਆਂ, ਮਾਫ ਕਰਨ ਦੇ ਨਾਲ ਹੀ ਉਹ ਸਾਰਾ ਕੁਝ ਸਾਫ਼ ਹੋ ਜਾਣਾ, ਸ਼ੁੱਧ ਹੋ ਜਾਣਾ। ਸੰਗਤ ਜੀ, ਜਦੋਂ ਮਾਫੀ ਸ਼ਬਦ ਗੁਰਬਾਣੀ ਵਿੱਚ ਖਿਮਾ ਸ਼ਬਦ ਵਰਤਿਆ ਗਿਆ, ਬਹੁਤ ਜ਼ਿਆਦਾ ਵਰਤਿਆ ਗਿਆ ਖਿਮਾ ਸ਼ਬਦ। ਜਦੋਂ ਖਿਮਾ ਦੀ ਗੱਲ ਆਉਂਦੀ ਨਾ, ਫॉरगिवनेस ਦੀ ਗੱਲ ਆਉਂਦੀ ਹੈ, ਤਾਂ ਉਦੋਂ ਸਾਨੂੰ ਲੱਗਦਾ ਵੀ ਸ਼ਾਇਦ ਮਾਫ ਕਰਕੇ ਅਸੀਂ ਕਿਸੇ ਦੇ ਉੱਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹਾਂ। ਇਹ ਬੜੀ ਵੱਡੀ ਭੁੱਲ ਹੈ। ਕਿਸੇ ਤੇ ਅਹਿਸਾਨ ਨਹੀਂ ਕਰ ਰਹੇ ਹੁੰਦੇ, ਆਪਣੇ ਆਪ ਦੇ ਉੱਤੇ ਹੀ ਕਿਰਪਾ ਕਰ ਰਹੇ ਹੁੰਦੇ ਹਾਂ। ਕਿਸ ਤਰ੍ਹਾਂ? ਹੁਣ ਇਹ ਦੱਸੋ ਵੀ ਜਿਹਨੇ ਤੁਹਾਡੇ ਨਾਲ ਕੁਝ ਵੀ ਗਲਤ ਕੰਮ ਕੀਤਾ, ਕੁਝ ਵੀ ਤੁਹਾਡੇ ਨਾਲ ਮਾੜਾ ਕੀਤਾ, ਉਹਨੇ ਤਾਂ ਇੱਕ ਵਾਰ ਕੀਤਾ ਨਾ, ਲੇਕਿਨ ਤੁਸੀਂ ਬਾਰ-ਬਾਰ ਸੋਚ-ਸੋਚ ਕੇ ਕਿੰਨੀ ਵਾਰ ਦੁਖੀ ਹੋਏ, ਕਿੰਨੀ ਵਾਰ ਉਸ ਮੈਲ ਵਿੱਚ, ਉਸ ਨੈਗੇਟਿਵਿਟੀ ਵਿੱਚ ਘਿਰੇ ਰਹੇ ਔਰ ਅੱਜ ਤੱਕ ਸਟਕ ਹੋ। ਕਿੰਨੀਆਂ ਪੁਰਾਣੀਆਂ ਉਹ ਮੈਲਾਂ ਅੰਦਰ ਰੱਖ ਕੇ ਬੈਠੇ ਹੋ, ਗੁਲਾਮ ਹੋ ਇੱਕ ਕਿਸਮ ਦੇ ਉਸ ਮੈਲ ਦੇ। ਉਹਨੇ ਜਿਹੜਾ ਇੱਕ ਵਾਰ ਮਾੜਾ ਕਰਮ ਕੀਤਾ, ਤੁਸੀਂ ਗੁਲਾਮ ਬਣ ਗਏ ਉਸ ਮੈਲ ਦੇ। ਸੋ ਜਦੋਂ ਅਸੀਂ ਮਾਫ ਕਰ ਦਿੰਨੇ ਆ, ਖਿਮਾ ਕਰ ਦਿੰਨੇ ਆ, ਤਾਂ ਫਿਰ ਕੀ ਹੁੰਦਾ, ਸਾਡਾ ਉਸ ਮੈਲ ਤੋਂ ਛੁਟਕਾਰਾ ਹੋ ਜਾਂਦਾ। ਅਸੀਂ ਹੋ ਗਏ ਆਜ਼ਾਦ ਉਸ ਦੇ ਨਾਲੋਂ, ਉਸ ਰੂਹ ਦੇ ਨਾਲੋਂ, ਉਹਦੇ ਕਰਮ ਦੇ ਨਾਲੋਂ। ਇਹ ਕਿੱਡੀ ਵੱਡੀ ਸ਼ਕਤੀ ਹੈ ਸਾਨੂੰ ਪਰਮਾਤਮਾ ਨੇ ਦਿੱਤੀ ਹੋਈ, ਮਾਫ ਕਰ ਦੇਣਾ, ਤਾਂ ਕਿ ਅਸੀਂ ਉਸ ਮੈਲ ਵਿੱਚੋਂ, ਉਸ ਬੰਧਨ ਵਿੱਚੋਂ, ਜਿਹੜੀ ਜੰਜੀਰ ਸਾਡੀ ਮੈਲ ਦੀ ਆਪਸ ਵਿੱਚ ਚੰਬੜੀ ਪਈ ਨਾ, ਉਹਨੇ ਇੱਕ ਵਾਰ ਮਾੜਾ ਕੀਤਾ, ਅਸੀਂ ਬਾਰ-ਬਾਰ ਸੋਚ-ਸੋਚ ਕੇ ਦੁਖੀ ਹੋਏ, ਉਹ ਮੈਲ ਅੰਦਰ ਜਿਹੜੀ ਅਸੀਂ ਰੱਖੀ ਹੋਈ ਹੈ, ਤਾਂ ਉਹ ਅਸੀਂ ਮਾਫ ਕਰਕੇ ਅਸੀਂ ਐਕਚੁਅਲੀ ਆਪਣੇ ਆਪ ਨੂੰ ਆਜ਼ਾਦ ਕੀਤਾ, ਅਸੀਂ ਬੰਧਨ ਮੁਕਤ ਹੋਏ। ਸੋ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ। ਇਹ ਕਿੱਡੀ ਵੱਡੀ ਸ਼ਕਤੀ ਹੈ ਕਿ ਬੰਧਨ ਮੁਕਤ ਹੁੰਦੇ ਆ ਅਸੀਂ ਮਾਫ ਕਰਕੇ। ਅਸੀਂ ਗੁਰਬਾਣੀ ਵਿੱਚੋਂ ਵੀ ਸਮਝਾਂਗੇ ਸੰਗਤ ਜੀ। ਸੰਗਤ ਜੀ, ਤਿੰਨ ਤਰ੍ਹਾਂ ਦੇ ਲੋਕ ਗੁਰੂ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤੇ ਨੇ। ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਹੈਗੇ ਨੇ ਸਮਾਨ ਬਿਰਤੀ ਵਾਲੇ, ਜਿਸ ਤਰ੍ਹਾਂ ਦਾ ਸਾਡੇ ਨਾਲ ਕੋਈ ਵਰਤਾਵ ਕਰਦਾ, ਅਸੀਂ ਵੀ ਉਸੇ ਤਰ੍ਹਾਂ ਦਾ ਹੀ ਉਸੇ ਨਾਲ ਕਰਦੇ ਹਾਂ। ਕੋਈ ਸਾਡੇ ਨਾਲ ਅੱਛਾ ਵਰਤ ਰਿਹਾ, ਚੰਗਾ ਵਰਤ ਰਿਹਾ, ਅਸੀਂ ਵੀ ਉਹਦੇ ਨਾਲ ਅੱਛਾ ਵਧੀਆ ਵਰਤਦੇ ਹਾਂ। ਕੋਈ ਸਾਡੇ ਨਾਲ ਮਾੜਾ ਕਰ ਰਿਹਾ, ਅਸੀਂ ਵੀ ਉਹਦੇ ਨਾਲ ਮਾੜਾ ਹੀ ਵਰਤ ਰਹੇ ਹਾਂ। ਸੋ ਇਹ ਬਾਣੀ ਵਿੱਚ ਨਾ ਮਨਜ਼ੂਰ ਨੇ ਇਹ ਲੋਕ। ਸੋ ਕਿਸੇ ਦੀ ਗੱਲ ਨਹੀਂ ਕਰ ਰਹੇ, ਅਸੀਂ ਆਪਣੀ ਕਰ ਰਹੇ ਹਾਂ। ਅਗਰ ਸਾਡਾ ਇਸ ਤਰ੍ਹਾਂ ਦਾ ਵਰਤਾਰਾ ਆ, ਤਾਂ ਫਿਰ ਇਹ ਬਾਣੀ ਵਿੱਚ ਸਾਨੂੰ ਪ੍ਰਵਾਨ ਨਹੀਂ ਕੀਤਾ ਗਿਆ। ਮਹਾਰਾਜ ਕਹਿੰਦੇ ਨੇ, ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੇ। ਕਰੋੜਾਂ ਵਿੱਚੋਂ ਇੱਕ ਹੀ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਉਹਦਾ ਜਿਹੜਾ ਸੇਵਕ ਆ। ਬਾਕੀ ਤਾਂ ਵਿਹਾਰ ਵਿੱਚ ਫਸੇ ਹੋਏ ਨੇ, ਉਹ ਮੇਰੇ ਨਾਲ ਇਹ ਕਰ ਰਿਹਾ, ਮੈਂ ਉਹਦੇ ਨਾਲ ਉਹ ਕਰ ਰਿਹਾ। ਦੂਸਰੇ ਨੇ ਜਿਹੜੇ ਰਾਖਸ਼ਸ ਬਿਰਤੀ ਵਾਲੇ, ਉਹਨਾਂ ਨੇ ਜਿੱਥੇ ਵੀ ਜਾਣਾ ਬੁਰਾ ਹੀ ਕਰੀ ਜਾਣਾ, ਬੁਰਾ ਹੀ ਕਰੀ ਜਾਣਾ। ਜਪਜੀ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ ਕਿ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੇ। ਸੋ ਇਹ ਜ਼ਿਕਰ ਕੀਤਾ, ਇਹਨਾਂ ਨੇ ਬੁਰਾ ਹੀ ਕਰੀ ਜਾਣਾ ਜਿੱਥੇ ਵੀ ਜਾਣਾ। ਤੀਸਰੇ ਜਿਹੜੇ ਨੇ, ਉਹ ਉੱਤਮ ਬਿਰਤੀ ਵਾਲੇ ਨੇ। ਉਹ ਪ੍ਰਧਾਨ ਉਹਨਾਂ ਨੂੰ ਮਾਰੇ ਨੇ ਕਿਹਾ। ਉਹ ਕੌਣ ਨੇ? ਜਿਨ੍ਹਾਂ ਦੇ ਨਾਲ ਕੋਈ ਜਿੰਨਾ ਮਰਜ਼ੀ ਬੁਰਾ ਕਰੀ ਜਾਵੇ, ਉਹਨਾਂ ਨੇ ਬਾਰ-ਬਾਰ ਮਾਫ ਕਰ ਕਰਕੇ ਭਲਾ ਹੀ ਕਰੀ ਜਾਣਾ, ਉਹਨਾਂ ਦਾ ਵੀ ਭਲਾ ਕਰੀ ਜਾਣਾ, ਬੁਰੇ ਦਾ ਵੀ ਭਲਾ ਕਰੀ ਜਾਣਾ, ਸਰਬੱਤ ਦਾ ਭਲਾ ਕਰੀ ਜਾਣਾ। ਉਹ ਇਹੋ ਜਿਹੇ ਨੇ। ਉਹ ਕਿਹੋ ਜਿਹੀ ਬਿਰਤੀ ਉਹਨਾਂ ਦੀ? ਦਇਆ ਦੇਵਤਾ, ਦਇਆ ਦੇਵਤਾ, ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ। ਕੀ ਦਿੰਦੇ ਨੇ? ਉਹ ਦਇਆ ਦਿੰਦੇ ਨੇ। ਦੇਵਤਾ ਮਤਲਬ ਦੇਣ ਵਾਲਾ। ਜਾਂ ਕਾਹਦੀ ਪੂਜਾ ਕਰਦੇ ਨੇ, ਕਾਹਦੇ ਪੁਜਾਰੀ ਨੇ ਉਹ? ਦਇਆ ਦੇ। ਔਰ ਖਿਮਾ ਜਪ ਮਾਲੀ ਮਤਲਬ ਮਾਲਾ ਕਾਹਦੀ ਫੇਰਦੇ ਨੇ? ਬਾਰ-ਬਾਰ ਮਾਫ ਕਰੀ ਜਾਂਦੇ ਨੇ। ਮਾਲਾ ਫੇਰਨ ਦਾ ਹੁੰਦਾ ਉਹ ਅਗਲੇ ਮਣਕੇ ਤੇ ਵੀ ਉਹੀ ਮੰਤਰ ਪੜ੍ਹੀ ਜਾਣਾ, ਉਹੀ ਮੰਤਰ ਪੜ੍ਹੀ ਜਾਣਾ। ਸੋ ਇਹ ਕੀ ਕਰਦੇ ਨੇ ਜਿਹੜੇ ਪ੍ਰਧਾਨ ਨੇ? ਉਹ ਬਾਰ-ਬਾਰ ਮਾਫ ਕਰੀ ਜਾਂਦੇ ਨੇ। ਇਹ ਬਹੁਤ ਵਾਰ ਸੰਗਤ ਦੇ ਮਨ ਵਿੱਚ ਆਉਂਦਾ ਹੁੰਦਾ, ਕੋਈ ਸਾਡੇ ਨਾਲ ਇਵੇਂ ਕਰੀ ਜਾਂਦਾ, ਅਸੀਂ ਮਾਫ ਕਰੀ ਜਾਈਏ ਬਾਰ-ਬਾਰ।
कि महाराज जी कहते वो तो प्रधान ने ਜਿਹੜੇ बार-बार माफ करी ਜਾਂਦੇ ਨੇ। ਹੁਣ ਇਹ ਆਪਣੇ ਆਪ ਨੂੰ ਅਸੀਂ ਕੁਐਸਚਨ ਕਰੀਏ, ਇਹ ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਸਮਾਨ ਬਿਰਤੀ ਵਾਲੇ, ਜਿਸ ਤਰ੍ਹਾਂ ਦਾ ਸਾਡੇ ਨਾਲ ਕਿਸੇ ਨੇ ਵਰਤਾਵ ਕੀਤਾ ਅਸੀਂ ਵੀ ਉਹੋ ਜਿਹਾ ਕਰਾਂਗੇ। ਇੱਕ ਨੇ ਜਿਨ੍ਹਾਂ ਨੇ ਬੁਰਾਈ ਕਰੀ ਜਾਣਾ, ਇੱਕ ਜਿਹੜੇ ਨੇ ਬਾਰ-ਬਾਰ ਮਾਫ ਕਰੀ ਜਾਂਦੇ ਨੇ। ਉਹ ਉੱਤਮ ਨੇ, ਪ੍ਰਧਾਨ ਨੇ। ਸਾਨੂੰ ਆਪਣੇ ਆਪ ਲਈ ਸਾਰੇ ਲਈ ਕੁਐਸਚਨ ਹੈ ਕਿ ਅਸੀਂ ਉੱਤਮ ਪ੍ਰਧਾਨ ਬਣਨਾ ਚਾਹੁੰਦੇ ਹਾਂ ਕਿ ਅਸੀਂ ਪਰਮਾਤਮਾ ਤੋਂ ਟੁੱਟੇ-ਟੁੱਟੇ ਕਿਹੋ ਜਿਹੇ ਰਹਿਣਾ ਚਾਹੁੰਦੇ ਹਾਂ। ਬਸ ਫਿਰ ਅੱਜ ਤੋਂ ਇਹ ਆਪਣੇ ਅੰਦਰ ਬੰਨ ਲੈਣਾ ਕਿ ਅਸੀਂ ਮਾਫ ਕਰਨਾ ਹੈ। ਅਗਰ ਮਾਫ ਨਹੀਂ ਕਰਦੇ, ਗੁਰੂ ਨਾਨਕ ਦੇਵ ਜੀ ਫਿਰ ਦੱਸਦੇ ਨੇ ਕਿ ਕੀ ਹਾਲ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ, ਜਿਨ੍ਹਾਂ ਨੇ ਮਾਫ ਨਹੀਂ ਕੀਤਾ ਉਹ ਤਾਂ ਮਰ ਖੱਪ ਗਏ ਇਸੀ ਨੈਗੇਟਿਵਿਟੀ ਵਿੱਚ, ਇਸੀ ਮੈਲ ਵਿੱਚ, ਬਦਲਾ ਲੈਣ ਦੀ ਭਾਵਨਾ ਦੇ ਵਿੱਚ। ਔਰ ਇੱਕ ਨਹੀਂ, ਅਸੰਖਾਂ। ਫਿਰ ਮਹਾਰਾਜ ਕਹਿੰਦੇ ਬੇਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹ ਲੋਕ ਮਰ ਖੱਪ ਗਏ ਇਸੀਆਂ ਮੈਲਾਂ ਵਿੱਚ, ਇਸੀ ਨਫ਼ਰਤ ਦੇ ਵਿੱਚ। ਖਿਮਾ ਵੀ ਹੋਣੇ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਚਨ ਨੇ, ਖਿਮਾ ਵੀ ਹੋਣੇ ਖੱਪ ਗਏ। ਮਹਾਰਾਜ ਜੀ ਕਿੰਨੇ ਕੁ ਖੱਪ ਗਏ ਜਿਨ੍ਹਾਂ ਨੇ ਨਹੀਂ ਮਾਫ ਕੀਤਾ? ਮਹਾਰਾਜ ਕਹਿੰਦੇ ਖੂਹਣ ਲੱਖ ਬਿਸੰਖ, ਲੱਖਾਂ ਹੀ ਬੇਅੰਤ, ਗਣਤ ਨਾ ਆਵੇ। ਕਿਉਂ ਗਣੀ? ਮਹਾਰਾਜ ਕਹਿੰਦੇ ਗਿਣਤੀ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ, ਜਿਹੜੇ ਲੋਕੀ ਦੇ ਵਿੱਚ ਫਸੇ ਹੋਏ ਨੇ। ਗਣਤ ਨਾ ਆਵੇ ਕਿਉਂ ਗਣੀ, ਖੱਪ ਖੱਪ ਮੂਹੇ ਬਿਸੰਖ, ਬੇਅੰਤ। ਪਹਿਲਾਂ ਅਸੰਖ ਕਹਿ ਰਹੇ ਨੇ ਮਹਾਰਾਜ ਜੀ, ਹੁਣ ਕਹਿੰਦੇ ਬੇਅੰਤ। ਅਸੰਖਾਂ ਹੀ ਬੇਅੰਤ ਲੋਕ ਜਿਨ੍ਹਾਂ ਨੇ ਮਾਫ ਨਹੀਂ ਕੀਤਾ, ਹੁਣ ਮਰ ਖੱਪ ਗਏ ਇਸੀ ਮੈਲ ਦੇ ਵਿੱਚ। ਸੋ ਅੱਜ ਅਸੀਂ ਇਹ ਸਮਝਣਾ ਆ, ਆਪਣੇ ਆਪ ਨੂੰ ਟ੍ਰੇਨ ਕਰਨਾ ਆ ਕਿ ਅਸੀਂ ਮਾਫ ਕਰੀਏ, ਮਾਫੀ ਅਸੀਂ ਮੰਗ ਲਈਏ। ਸੋ ਹੁਣ ਅਸੀਂ ਥੋੜੇ ਜਿਹੇ ਵਿਦਵਾਨਾਂ ਦੇ ਵਿਚਾਰ ਲਵਾਂਗੇ, ਸੰਸਾਰ ਦੇ ਮਹਾਂਪੁਰਖਾਂ ਦੇ ਵੀ ਵਿਚਾਰ ਲਵਾਂਗੇ, ਉਹ ਕੀ ਕਹਿੰਦੇ ਨੇ ਮਾਫੀ ਦੇ ਲਈ। ਔਰ ਫਿਰ ਗੁਰਬਾਣੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਅੱਜ ਅਸੀਂ ਬਾਣੀ ਨੂੰ ਜ਼ਿਆਦਾ ਲਵਾਂਗੇ ਕਿ ਗੁਰੂ ਮਹਾਰਾਜ ਨੇ ਕਿੰਨਾ ਮਾਫੀ ਦੇ ਉੱਤੇ ਜ਼ੋਰ ਦਿੱਤਾ ਔਰ ਇਹਦੇ ਨਾਲ ਫਲ ਸਾਨੂੰ ਕਿੰਨੇ ਦੱਸੇ ਨੇ। ਫਿਰ ਤਾਂ ਅਸੀਂ ਹੈਰਾਨ ਰਹਿ ਜਾਵਾਂਗੇ ਕਿ ਇੰਨੇ ਫਲ ਮਾਫ ਕਰਨ ਦੇ, ਵੀ ਰੱਬ ਤੱਕ ਹੀ ਪਹੁੰਚਿਆ ਜਾ ਸਕਦਾ, ਰੱਬ ਦਾ ਹੀ ਰੂਪ ਬਣਿਆ ਜਾ ਸਕਦਾ। ਉਸੇ ਬਾਣੀ ਵਿੱਚੋਂ ਵਿਚਾਰਾਂ ਲਵਾਂਗੇ। ਤੋਂ ਪਹਿਲਾਂ ਅਸੀਂ ਸੰਸਾਰ ਦੀਆਂ ਗੱਲਾਂ ਕਰੀਏ, ਵਿਦਵਾਨਾਂ ਦੀਆਂ ਵੀ, ਔਰ ਯੂਨੀਵਰਸਿਟੀਜ਼ ਜਿਨ੍ਹਾਂ ਨੇ ਰਿਸਰਚਿਸ ਕੀਤੀਆਂ ਨੇ ਉਹਨਾਂ ਦੀਆਂ ਵੀ, ਤਾਂ ਕਿ ਜਦੋਂ ਰਿਸਰਚਿਸ ਹੋ ਜਾਂਦੀਆਂ ਨੇ ਨਾ ਸਾਹਮਣੇ ਦੁਨੀਆ ਦੇ, ਫਿਰ ਪਤਾ ਲੱਗਦਾ ਕਿ ਵਾਕਈ ਇਹ ਜੋ ਗੁਰੂ ਸਾਹਿਬ ਨੇ ਕਿਹਾ ਸੀ ਉਹ ਠੀਕ ਹੈ। ਪ੍ਰੈਕਟੀਕਲ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਲਾਈਫ, ਪੂਰੀ ਲਾਈਫ ਉਹਨਾਂ ਦੀ ਹੀਲ ਹੋ ਗਈ। ਸੋ ਜਿਹੜੀ ਯੂਨੀਵਰਸਿਟੀਜ਼ ਨੇ, ਇਹ ਹੈਗੀ ਹੈ ਯੂਨੀਵਰਸਿਟੀ ਆਫ ਵਿਸਕੌਨਸਿਨ ਔਰ UTM ਯੂਨੀਵਰਸਿਟੀ ਆਫ ਮਲੇਸ਼ੀਆ, ਇੰਟਰਨੈਸ਼ਨਲ ਫॉरगिवनेस ਇੰਸਟੀਟਿਊਸ਼ਨ ਹੈ ਜਿੱਥੇ ਕਿ ਫॉरगिवनेस ਦੀ ਥੈਰੇਪੀ ਚੱਲਦੀ ਰਹਿੰਦੀ ਹੈ। तो वेस्टर्न ऑरिगोन यूनिवर्सिटी USA, पोर्टलैंड स्टेट यूनिवर्सिटी, सो यूनिवर्सिटी ऑफ जॉर्जिया, किन्नियां यूनिवर्सिटीज़ ने जिन्होंने रिसर्चेस कीतियां ने। और उस तो बाद उन्होंने फिर रिजल्ट्स भी दसे ने की निकले ने, और स्टैप्स भी दसे ने सानू भी असी किवें माफ करना सीख सकते हैं ताकि असी हील हो जाइए। तो विद्वान लोग की कहते ने, विद्वान लोग कहते ने कि माफी ਤਾਂ ਜਿਹੜੇ ਐਡਾ ਵੱਡਾ ਗੁਣ ਆ ਵੀ ਦੱਸਿਆ ਹੀ ਨਹੀਂ ਇਹਦੇ ਬਾਰੇ ਜਾ ਸਕਦਾ। ਇਹ ਤਾਂ ਇੱਕ ਸ਼ਕਤੀ ਹੈ, ਇੱਕ ਪਰਮ ਸ਼ਕਤੀ ਹੈ, ਬਹੁਤ ਵੱਡਾ ਵੱਲ ਆ ਮਾਫ ਕਰ ਦੇਣਾ। ਸੋ ਅਸੀਂ ਮਾਫ ਨਹੀਂ ਕਰਦੇ ਸੰਗਤ ਜੀ, ਇਹ ਚੀਜ਼ ਅਸੀਂ ਸਿੱਖਣੀ ਹੈ। ਇਹ ਐਡਾ ਵੱਡਾ ਵੱਲ ਆ, ਇਹ ਸ਼ਕਤੀ ਹੈ, ਕਿਉਂਕਿ ਉਹ ਕਹਿੰਦੇ ਨੇ ਜਿਹੜੇ ਕਮਜ਼ੋਰ ਨੇ ਨਾ ਉਹ ਮਾਫ ਨਹੀਂ ਕਰ ਸਕਦੇ। ਇਹ ਸ਼ਕਤੀਸ਼ਾਲੀ ਰੂਹਾਂ ਹੀ ਮਾਫ ਕਰ ਸਕਦੀਆਂ ਨੇ, ਇਸ ਕਰਕੇ ਇਹਨੂੰ ਪਰਮ ਬਲ ਆਖਿਆ ਹੈ। ਸੋ ਨਾਲ ਉਹ ਕਹਿ ਰਹੇ ਨੇ ਕਿ ਖਿਮਾ ਕਰਨ ਦਾ ਮਤਲਬ ਕਿਸੇ ਕੈਦੀ ਨੂੰ ਆਜ਼ਾਦ ਕਰਨਾ ਅਤੇ ਇਹ ਜਾਣ ਲੈਣਾ ਕਿ ਉਹ ਕੈਦੀ ਦੂਸਰਾ ਨਹੀਂ ਸੀ, ਮੈਂ ਹੀ ਕੈਦ ਸੀ। ਸੋ ਮਾਫ ਕਰਕੇ ਅਸੀਂ ਹੀ ਕੈਦ ਵਿੱਚੋਂ ਆਜ਼ਾਦ ਹੋਏ ਹਾਂ, ਦੂਸਰਾ ਨਹੀਂ ਕੋਈ ਹੋਇਆ, ਅਸੀਂ ਹੋ ਗਏ। ਕਿਉਂਕਿ ਜਿਹਨੇ ਮਾੜਾ ਕੀਤਾ ਉਹ ਤਾਂ ਆਪਣੇ ਕਰਮ ਵਿੱਚ ਵੱਜਿਆ ਹੀ ਹੋਇਆ, ਆਜ਼ਾਦ ਅਸੀਂ ਹੋ ਗਏ। ਔਰ ਮਾਫ ਕਰਨ ਦੇ ਨਾਲ ਇਹ ਵੀ ਨਹੀਂ ਕਿ ਉਹਦੀ ਗਲਤੀ ਬਦਲੀ ਜਾਵੇਗੀ, ਨਹੀਂ, ਉਹ ਉਸੇ ਤਰ੍ਹਾਂ ਹੀ ਰਹੇਗਾ, ਲੇਕਿਨ ਸਾਡਾ ਪੀਸ ਆਫ ਮਾਈਂਡ ਵੱਧ ਜਾਏਗਾ, ਅਸੀਂ ਆਜ਼ਾਦ ਹੋ ਜਾਵਾਂਗੇ, ਅਸੀਂ ਬੰਧਨ ਮੁਕਤ ਹੋ ਜਾਵਾਂਗੇ। ਫਿਰ ਉਹ ਕਹਿੰਦੇ ਨੇ ਮਾਫੀ ਦੇਣ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਵਿੱਚ ਸੁੱਖ ਸ਼ਾਂਤੀ ਆ ਜਾਂਦਾ ਹੈ, ਔਰ ਬਾਰ-ਬਾਰ ਜਿਹੜਾ ਤੁਸੀਂ ਨੈਗੇਟਿਵ ਪੈਟਰਨ ਦੇ ਵਿੱਚ ਜੁੜੇ ਹੋਏ ਸੀ, ਉਸੇ ਮੈਲ ਦੇ ਵਿੱਚ, ਉਸੇ ਰਿਜ਼ੈਂਟਮੈਂਟ ਦੇ ਵਿੱਚ, ਉਸ ਦੇ ਵਿੱਚੋਂ ਤੁਸੀਂ ਬਾਹਰ ਆ ਗਏ। ਇਹ ਕਿੱਡੀ ਵੱਡੀ ਸ਼ਕਤੀ ਹੈ ਮਾਫ ਕਰ ਦੇਣਾ। ਔਰ ਦੇਖੋ ਅਸੀਂ ਕਿਵੇਂ ਉਲਝ ਜਾਂਦੇ ਹਾਂ, ਅਗਰ ਕਿਸੇ ਨੇ ਸਾਡੇ ਨਾਲ ਮਾੜਾ ਕੀਤਾ ਹੋਵੇ ਉਹੀ ਸੋਚ ਚੱਲੀ ਜਾ ਰਹੀ ਹੈ,
ਬਦਲਾ ਲੈਣ ਦੀ ਭਾਵਨਾ ਵੀ ਵੱਧ ਜਾਂਦੀ ਹੈ। ਸੋ ਉਹ ਸਾਰਾ ਉਸ ਵਿੱਚੋਂ, ਉਸ ਮੈਲ ਵਿੱਚੋਂ ਅਸੀਂ ਬਾਹਰ ਨਿਕਲ ਰਹੇ ਹਾਂ, ਸਾਡੀ ਪਿਓਰਿਟੀ ਆ ਰਹੀ ਹੈ। ਤਾਂ ਵਿਦਵਾਨ ਲੋਕ ਕਹਿੰਦੇ ਨੇ ਜਿਹੜਾ ਖਿਮਾ ਮੰਗਦਾ ਹੈ, ਆਪਾਂ ਕਰਨ ਦੀ ਨਹੀਂ ਗੱਲ ਕਰਨੀ, ਆਪ ਵੀ ਮੰਗਣੀ ਹੈ। ਅਸੀਂ ਵੀ ਗਲਤੀਆਂ ਕਰ ਰਹੇ ਹਾਂ, ਅੱਜ ਤੱਕ ਕਰ ਰਹੇ ਹਾਂ। ਜਿਹੜਾ ਖਿਮਾ ਮੰਗਦਾ ਹੈ ਉਹ ਸਭ ਤੋਂ ਵੱਡਾ ਸ਼ਕਤੀਸ਼ਾਲੀ, ਜਿਹੜਾ ਮੰਗ ਲੈਂਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ, ਔਰ ਜਿਹੜਾ ਸਭ ਤੋਂ ਪਹਿਲਾਂ ਖਿਮਾ ਕਰ ਦਿੰਦਾ ਹੈ ਉਹ ਸਭ ਤੋਂ ਵੱਡਾ ਸ਼ਕਤੀਸ਼ਾਲੀ। ਜਿਹੜਾ ਮੰਗਦਾ ਹੈ ਉਹ ਸਭ ਤੋਂ ਵੱਡਾ ਬਹਾਦਰ, ਸੰਗਤ ਜੀ। ਕਿਉਂਕਿ ਬੜੀ ਵੱਡੀ ਬਹਾਦਰੀ ਹੈ ਆਪਣੀ ਗਲਤੀ ਨੂੰ ਐਕਸੈਪਟ ਕਰ ਲੈਣਾ ਔਰ ਕਹਿ ਦੇਣਾ ਕਿ ਮੈਨੂੰ ਮਾਫ ਕਰ ਦਿਓ, ਮੈਂ ਗਲਤੀ ਕੀਤੀ, ਬਹੁਤ ਵੱਡੀ ਬਹਾਦਰ। ਜਿਹੜਾ ਖਿਮਾ ਮੰਗਦਾ ਸਭ ਤੋਂ ਵੱਡਾ ਬਹਾਦਰ, ਜਿਹੜਾ ਖਿਮਾ ਕਰਦਾ ਸਭ ਤੋਂ ਵੱਡਾ ਸ਼ਕਤੀਸ਼ਾਲੀ, ਔਰ ਜਿਹੜਾ ਸਭ ਤੋਂ ਪਹਿਲਾਂ ਭੁੱਲ ਜਾਂਦਾ ਉਹ ਸਭ ਤੋਂ ਜ਼ਿਆਦਾ ਸੁਖੀ। ਹੁਣ ਇਹ ਤਿੰਨ ਚੀਜ਼ਾਂ ਬਿਠਾ ਲਈਏ ਅਸੀਂ ਆਪਣੇ ਅੰਦਰ। ਸੁਖੀ ਰਹਿਣਾ ਚਾਹੁੰਦੇ ਹੋ ਤਾਂ ਭੁੱਲ ਵੀ ਜਾਣਾ। ਬਸ ਤਾਂ ਬਾਰ-ਬਾਰ ਉਹੀ ਚਰਚਾ ਕਰਨ ਲੱਗ ਜਾਂਦੇ ਚਾਰ ਬੰਦਿਆਂ 'ਚ ਬੈਠ ਕੇ ਵੀ, ਆਪਣੇ ਮਨ ਵਿੱਚ ਵੀ। ਸੋ ਭੁੱਲਣਾ ਕਿੱਡਾ ਵੱਡਾ ਗੁਣ ਹੈ। ਸੋ ਵਿਦਵਾਨ ਕਹਿੰਦੇ ਨੇ, ਇਹਦੇ ਵਿੱਚ ਕੁਰਾਨ ਸ਼ਰੀਫ ਦੇ ਵਿੱਚ ਜ਼ਿਕਰ ਆਉਂਦਾ, ਉਹ ਕਹਿੰਦੇ ਨੇ ਮੁਆਫੀ ਇੱਕ ਉਹ ਉਪਹਾਰ ਹੈ, ਉਹ ਤੋਹਫਾ ਹੈ, ਉਹ ਗਿਫਟ ਹੈ ਜਿਹੜਾ ਤੁਸੀਂ ਆਪਣੇ ਆਪ ਨੂੰ ਦੇ ਰਹੇ ਹੋ। ਮਾਫ ਕਿਸੇ ਨੂੰ ਕਰ ਰਹੇ ਹੋ ਜਾਂ ਮਾਫੀ ਕਿਸੇ ਤੋਂ ਮੰਗ ਰਹੇ ਹੋ, ਲੇਕਿਨ ਗਿਫਟ ਤੁਸੀਂ ਆਪਣੇ ਆਪ ਨੂੰ ਦੇ ਰਹੇ ਹੋ। ਸੋ ਮਾਫੀ ਦਾ ਮਤਲਬ ਕੁਰਾਨ ਸ਼ਰੀਫ ਵਿੱਚ ਇਹ ਵੀ ਕਿਹਾ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਦੂਸਰੇ ਨੂੰ ਸੁਧਰਨ ਦਾ ਚਾਂਸ ਦੇ ਰਹੇ ਹੋ। ਅਸੀਂ ਵੀ ਚਾਹੁੰਦੇ ਹਾਂ ਨਾ ਸਾਨੂੰ ਸੁਧਰਨ ਦਾ ਚਾਂਸ ਮਿਲੇ, ਸਾਨੂੰ ਵੀ ਕੋਈ ਮਾਫ ਕਰ ਦੇਵੇ। ਸੋ ਦੂਸਰੇ ਨੂੰ ਮਾਫ ਕਰਕੇ ਉਹਨੂੰ ਤੁਸੀਂ ਸੁਧਰਨ ਦਾ ਚਾਂਸ ਦੇ ਰਹੇ ਹੋ। ਹੁਣ ਰਸੂਲ ਅੱਲਾਹ ਹਦੀਥ 599 ਦੇ ਵਿੱਚ ਕਿਹਾ ਹੈ ਕਿ ਅਗਰ ਕੋਈ ਲਗਾਤਾਰ ਮਾਫੀ ਮੰਗੀ ਜਾਵੇ ਖੁਦਾ ਦੇ ਪਾਸੋਂ, ਇਹ ਅਸੀਂ ਲੈਣੇ ਮਹਾਂਪੁਰਖਾਂ ਦੇ ਵਚਨ ਸਾਡੇ ਲਈ ਨੇ, ਅਗਰ ਕੋਈ ਲਗਾਤਾਰ ਆਪਣੀ ਗੁਨਾਹਾਂ ਦੀ, ਗਲਤੀਆਂ ਦੀ ਮਾਫੀ ਮੰਗੀ ਜਾਵੇ ਉਸ ਖੁਦਾ ਦੇ ਪਾਸੋਂ, ਫਿਰ ਖੁਦਾ ਕੀ ਕਰਦਾ? ਖੁਦਾ ਉਹਦੀ ਸਾਰੀ ਘਬਰਾਹਟ, ਉਹਦੇ ਸਾਰੇ ਫਿਕਰ, ਸਾਰਾ ਸਟ੍ਰੈਸ, ਸਾਰੀ ਐਂਜ਼ਾਈਟੀ ਦੇ ਵਿੱਚੋਂ ਉਹਨੂੰ ਬਾਹਰ ਕੱਢ ਕੇ ਦੁਬਾਰਾ ਫਿਰ ਚਿਤਾਰਦਾ ਵੀ ਨਹੀਂ। ਹੁਣ ਇੱਥੇ ਕਈ ਵਾਰ ਸਾਡੇ ਕੋਲੋਂ ਇਹ ਭੁੱਲ ਹੋ ਜਾਂਦੀ ਹੈ ਕਿ ਅਸੀਂ ਗਿਲਟ ਵਿੱਚ ਚਲੇ ਜਾਂਦੇ ਹਾਂ, ਗਿਲਟੀ ਫੀਲ ਕਰਨ ਲੱਗ ਜਾਂਦੇ ਹਾਂ। ਉਹ ਨਹੀਂ ਕਰਨਾ, ਇੱਥੇ ਸਾਵਧਾਨ ਰਹਿਣਾ, ਐਕਸੈਪਟ ਕਰ ਲੈਣਾ ਇਹ ਗਲਤੀ ਹੋਈ, ਉਹਦਾ ਮੰਗ ਲੈਣਾ, ਪਰ ਆਪਣੇ ਆਪ ਨੂੰ ਡਾਊਨ ਨਹੀਂ ਕਰਨਾ, ਕਿਉਂਕਿ ਸਾਨੂੰ ਮਾਫੀ ਦਾ ਸਿਧਾਂਤ ਵੀ ਦੇ ਦਿੱਤਾ ਬਾਣੀ ਦੇ ਵਿੱਚ ਵੀ, ਮਹਾਂਪੁਰਖ ਵੀ ਦੱਸ ਰਹੇ ਨੇ ਵੀ ਤੁਸੀਂ ਮਾਫ ਕੀਤੇ ਜਾ ਰਹੇ ਹੋ। ਅਗਰ ਤੁਸੀਂ ਰਿਅਲਾਈਜ਼ ਕਰਦੇ ਹੋ ਤਾਂ ਉਹਨੂੰ ਮੰਗਦੇ ਹੋ ਗਲਤੀ ਨੂੰ, ਤੇ ਗਿਲਟ ਵਿੱਚ ਨਹੀਂ ਜਾਣਾ, ਸਗੋਂ ਹੋਰ ਤਕੜੇ ਹੋ ਜਾਓ ਕਿ ਅੱਗੇ ਤੋਂ ਗਲਤੀ ਨਹੀਂ ਕਰਨੀ ਔਰ ਪਿਛਲੀਆਂ ਗੁਨਾਹਾਂ ਦੀ ਮੈਨੂੰ ਮਾਫੀ ਮਿਲ ਸਕਦੀ ਹੈ। ਕਦੋਂ? ਜਦੋਂ ਅੱਗੇ ਤੋਂ ਗਲਤੀਆਂ ਅਸੀਂ ਨਹੀਂ ਕਰਨੀਆਂ ਚਾਹਾਂਗੇ ਅੰਦਰੋਂ। ਇਹ ਬਹੁਤ ਜ਼ਰੂਰੀ ਹੈ ਸੰਗਤ। ਤੋ ਜੀਸਸ ਜੀ ਕਹਿੰਦੇ ਨੇ ਕਿ ਮਾਫ ਕਰ ਦਿਓ ਅਤੇ ਤੁਹਾਨੂੰ ਮਾਫੀ ਮਿਲੇਗੀ। ਅਗਰ ਅਸੀਂ ਚਾਹੁੰਦੇ ਨਾ ਸਾਨੂੰ ਮਾਫੀ ਮਿਲੇ ਤਾਂ ਤੁਸੀਂ ਵੀ ਮਾਫ ਕਰੋ। ਤੋ ਅਸੀਂ ਸਾਰੇ ਚਾਹੁੰਦੇ ਸਾਨੂੰ ਤਾਂ ਮਾਫੀ ਮਿਲ ਜਾਵੇ, ਪਰ ਦੂਸਰੇ ਨੂੰ ਅਸੀਂ ਮਾਫ ਨਹੀਂ ਕਰਨਾ। ਨਹੀਂ ਸੰਗਤ ਜੀ, ਅੱਜ ਅਸੀਂ ਇਹ ਚੀਜ਼ਾਂ ਸਿੱਖਣੀਆਂ ਨੇ। ਹੁਣ ਅਸੀਂ ਗੁਰਬਾਣੀ ਦੇ ਵਿੱਚੋਂ ਲਈਏ, ਫਿਰ ਅਸੀਂ ਯੂਨੀਵਰਸਿਟੀਜ਼ ਦੀ ਗੱਲ ਕਰਾਂਗੇ। ਔਰ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਸੀਂ ਅੱਜ ਜ਼ਿਆਦਾ ਬਾਣੀ ਲਈ ਹੈ। ਬਾਕੀ ਗੁਰੂ ਮਹਾਰਾਜ ਜੀ ਨੇ ਵੀ ਬਹੁਤ ਖਿਮਾ ਦੇ ਉੱਤੇ ਜ਼ੋਰ ਦਿੱਤਾ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਜ਼ਿਆਦਾ ਹੀ ਜ਼ੋਰ ਦਿੱਤਾ, ਭਾਈ ਤੁਸੀਂ ਮਾਫ ਕਰੋ, ਮਾਫ ਕਰੋ, ਮਾਫ ਕਰੋ, ਮਾਫੀ ਮੰਗੋ। ਗੁਰਬਾਣੀ ਵਿੱਚ ਜਿਹੜੇ ਨਿਚੋੜ ਕੱਢੇ ਨੇ ਉਹ ਮਹਾਰਾਜ ਕਹਿੰਦੇ ਖਿਮਾ ਤਾਂ ਨਾਮ ਧਨ ਹੈ। ਜਿਵੇਂ ਨਾਮ ਧਨ ਆਪਾਂ ਕਹਿੰਦੇ ਧਨ, ਇਹ ਮਹਾਰਾਜ ਜੀ ਕਹਿੰਦੇ ਖਿਮਾ ਵੀ ਇਹ ਨਾਮ ਧਨ ਦਾ ਹਿੱਸਾ ਹੈ। ਜਿਵੇਂ ਨਾਮ ਧਨ ਦਾ ਪੂਰਾ ਕੰਪਲੀਟ ਰੱਬ ਹੀ ਹੈ ਨਾ, ਸੋ ਇਹ ਮਾਫ ਕਰ ਦੇਣਾ, ਮਾਫੀ ਮੰਗ ਲੈਣੀ, ਤਾਂ ਇਹ ਹੈਗਾ ਆ ਨਾਮ ਧਨ ਦਾ ਇੱਕ ਹਿੱਸਾ। ਤੇ ਜੇ ਜਿਹਦੇ ਕੋਲ ਮਾਫੀ ਜਿਹੜਾ ਕਰਨਾ ਜਾਣਦਾ ਆ, ਜਿਹਨੂੰ ਮਾਫੀ ਮੰਗਣੀ ਵੀ ਆਉਂਦੀ ਹੈ, ਇਹਦਾ ਮਤਲਬ ਉਹ ਨਾਮ ਧਨ ਦਾ ਹਿੱਸਾ ਬਣੀ ਜਾ ਰਿਹਾ ਉਹਦਾ ਜੀਵਨ, ਉਹਦੀ ਰੂਹ, ਉਹਦੀ ਕੌਨਸ਼ੀਅਸਨੈਸ ਉਸ ਪਰਮਾਤਮਾ ਨਾਲ ਜੁੜ ਰਹੀ ਹੈ। ਗੁਰੂ ਮਹਾਰਾਜ ਦੇ ਬਾਣੀ ਵਿੱਚੋਂ ਬਚਨਾਂ ਅਨੁਸਾਰ ਬੰਧਨਾਂ ਤੋਂ ਮੁਕਤੀ ਮਿਲਦੀ ਹੈ, ਅਸ਼ਾਂਤੀ, ਕ੍ਰੋਧ, ਘਿਰਣਾ, ਗੁਲਾਮੀ ਤੋਂ ਆਜ਼ਾਦੀ ਮਿਲਦੀ ਹੈ। ਇਹ ਦੇਖੋ ਕਿੰਨੀਆਂ ਵੱਡੀਆਂ ਸ਼ਕਤੀਆਂ ਨੇ, ਮਾਫ ਕਰਨ ਨਾਲ ਕੀ ਕੁਝ ਸਾਨੂੰ ਮਿਲ ਰਿਹਾ। ਹੰਕਾਰ ਤੋਂ ਛੁਟਕਾਰਾ ਮਿਲਦਾ, ਸਾਡੇ ਜ਼ਖਮ ਹੀਲ ਹੁੰਦੇ ਨੇ, ਸਹਿਣ ਸ਼ਕਤੀ ਵੱਧਦੀ ਹੈ, ਮੈਲਾਂ ਧੋਤੀਆਂ ਜਾਂਦੀਆਂ ਨੇ। ਸੋ ਜਿਹੜਾ ਮਾਫ ਕਰ ਦਿੰਦਾ ਉਹ ਤਾਂ ਧਨ ਹੈ, ਧਨ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਧਾਨ ਹੈ,
ਉਹ श्रेष्ठ है, ਉਹ ਆਤਮਿਕ ਰਸ ਮਾਣਦਾ ਹੈ। ਖਿਮਾ ਤਾਂ ਆਤਮਾ ਦਾ ਸ਼ਿੰਗਾਰ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਸੱਚਾ ਸੁੱਖ ਖਿਮਾ ਵਿੱਚ ਹੀ ਹੈ। ਹੁਣ ਗੁਰਬਾਣੀ ਦੀਆਂ ਪੰਕਤੀਆਂ ਲਈਏ, ਜਿਵੇਂ ਕਿਹਾ ਵੀ ਉਹ ਤਾਂ ਧਨ ਹੈ। ਕਿਵੇਂ ਧਨ ਹੈ? ਮਹਾਰਾਜ ਕਹਿੰਦੇ ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ, ਖਰਾ ਖਰਾ ਆਖੇ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ। ਜਿਹੜਾ ਆਪਣੀ ਖੋਜ ਕਰ ਰਿਹਾ ਔਰ ਖੋਜ ਕਰਕੇ ਜਿਹੜਾ ਮਾਫ ਕਰ ਦਿੰਦਾ ਹੈ, ਉਹ ਅੰਮ੍ਰਿਤ ਪੀਣਾ ਸ਼ੁਰੂ ਕਰ ਦਿੰਦਾ ਹੈ। ਨਾਮ ਰੂਪੀ ਅੰਮ੍ਰਿਤ ਨਾਲ ਜੁੜੀ ਜਾ ਰਿਹਾ ਹੈ। ਸੋ ਮਨ ਆਪਣਾ ਸਤਿਗੁਰ ਨੂੰ ਦੇ ਰਿਹਾ, ਗੁਰੂ ਮਹਾਰਾਜ ਨੇ ਚਰਨਾਂ ਨਾਲ ਜੁੜ ਕੇ ਮਾਫ ਕਰੀ ਜਾ ਰਿਹਾ। ਉਹਨੂੰ ਫਿਰ ਖਰਾ ਖਰਾ ਆਖੇ ਸਭ ਕੋਈ, ਸਾਰੇ ਉਸਨੂੰ ਭਲਾ ਆਖਣ ਲੱਗ ਜਾਂਦੇ ਨੇ। ਔਰ ਕਿੱਥੋਂ ਤੱਕ? ਇਹ ਨਹੀਂ ਕਿਸੇ ਲੋਕ ਦੇ। ਮਹਾਰਾਜ ਜੀ ਕਹਿੰਦੇ ਨੇ ਖਰਾ ਰਤਨ ਜੁਗ ਚਾਰੇ ਹੋਏ। ਚਾਰਾਂ ਯੁੱਗਾਂ ਵਿੱਚ ਉਹਦੀਆਂ ਵਡਿਆਈਆਂ ਫਿਰ ਹੁੰਦੀਆਂ ਹੀ ਰਹਿਣੀਆਂ ਨੇ। ਚਾਰਾਂ ਯੁੱਗਾਂ 'ਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਨੇ, ਭਾਈ ਐਡਾ ਵੱਡਾ ਗੁਣ ਹੈ ਤੇ ਤੁਸੀਂ ਗੁਰੂ ਨਾਲ ਜੁੜ ਕੇ ਮਾਫ ਕਰੋ, ਮਾਫੀ ਮੰਗੋ। ਦੱਖਣੀ ਓਂਕਾਰ ਵਿੱਚ ਮਹਾਰਾਜ ਜੀ ਨੇ ਜਿਹੜਾ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਨਾ, ਖਿਮਾ ਵਿਹੂਣੇ ਖੱਪ ਗਏ ਖੂਹਣ ਲੱਖ ਸੰਖ, ਗਣਤ ਨਾ ਆਵੇ ਕਿਉਂ ਗਣੀ, ਖੱਪ ਖੱਪ ਮੂਏ ਬਸੰਖ। ਵੀ ਜਿਨ੍ਹਾਂ ਨੇ ਨਹੀਂ ਮਾਫ ਕੀਤਾ ਉਹ ਲੱਖਾਂ ਹੀ ਅਸੰਖਾਂ ਬੇਗਿਣਤ ਲੋਕ ਮਰ ਖੱਪ ਗਏ, ਉਹ ਆਪਣੇ ਸੱਚ ਵਿੱਚ ਨਹੀਂ ਪਹੁੰਚ ਪਾਏ। ਗੁਰੂ ਮਹਾਰਾਜ ਜੀ ਕਹਿੰਦੇ ਕਰੋ ਕੀ ਤੁਸੀਂ? ਸਤ ਸੰਤੋਖ ਰਹੋ ਜਨ ਭਾਈ, ਖਿਮਾ ਕਹੋ ਸਤਿਗੁਰ ਸਰਨਾਈ। ਸੱਚ ਨਾਲ ਜੁੜੋ, ਸਬਰ ਸੰਤੋਖ ਵਿੱਚ ਰਹੋ ਔਰ ਮਾਫ ਕਰਕੇ ਸਤਿਗੁਰ ਦੀ ਸ਼ਰਨ ਵਿੱਚ ਰਹੋ, ਜਾਂ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਮਾਫ ਕਰਨਾ ਸਿੱਖੋ। ਆ ਜਿਹੜੀ ਬਾਣੀ ਦੀ ਅਸੀਂ ਵਿਚਾਰਾਂ ਲੈ ਰਹੇ ਹਾਂ, ਅਸੀਂ ਸਤਿਗੁਰ ਦੀ ਸ਼ਰਨ ਵਿੱਚ ਹੀ ਆ ਇਸ ਵਕਤ। ਬਾਣੀ ਸਤਿਗੁਰ ਹੈ, ਸਤਿਗੁਰ ਦਾ ਸ਼ਬਦ ਰੂਪ ਹੈ। ਸੋ ਅਸੀਂ ਸਤਿਗੁਰ ਦੇ ਨਾਲ ਹੀ ਜੁੜੇ ਹੋਏ ਹਾਂ। ਔਰ ਜਦੋਂ ਸੰਗਤ ਜੀ ਅਸੀਂ ਮਾਫ ਨਹੀਂ ਕਰਦੇ, ਅੰਦਰ ਸਾਡੇ ਕਿਸੇ ਦੇ ਲਈ ਕੋਈ ਮੈਲੀ ਗੱਲ ਉਹਦੀ ਫਸੀ ਹੁੰਦੀ, ਉਹਨੇ ਸਾਡੇ ਨਾਲ ਉਹ ਕੀ ਦਿੱਤਾ, ਫਿਰ ਅਸੀਂ ਕਿੰਨਾ ਬੋਲਦੇ ਹਾਂ। ਕਈ ਵਾਰ ਗਾਲਾਂ ਵੀ ਕੱਢਦੇ, ਲੜਾਈ ਵੀ ਕਰਦੇ ਹਾਂ, ਉਹਦੀ ਚੁਗਲੀ ਨਿੰਦਿਆ ਬੁਰਾਈ ਵੀ ਕਰਦੇ ਹਾਂ, ਲੇਕਿਨ ਮਹਾਰਾਜ ਨੇ ਮਨਾ ਕਰ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਕੇ ਨਾ ਬੋਲੇ, ਖਿਮਾ ਧਨ ਸੰਗ੍ਰਹਿ। ਕਹਿੰਦੇ ਇਹ ਨਾ ਬੋਲੋ ਤੁਸੀਂ ਤਾਂ, ਕੀ ਕਰੋ, ਕਿਹੜਾ ਧਨ ਇਕੱਠਾ ਕਰੋ? ਖਿਮਾ ਦਾ। ਔਰ ਫਿਰ ਜਿਹੜੀ ਅੰਦਰ ਨੂੰ ਸਾਡੇ ਮੈਲ, ਤਾਂ ਕਿਸੇ ਨੇ ਸਾਨੂੰ ਤੰਗ ਕੀਤਾ, ਲੱਗ ਰਿਹਾ ਅੰਦਰ ਮੈਲੇ ਆ, ਦੁਖੀ ਆ, ਫਿਰ ਕੀ ਕਰੋ? ਮਹਾਰਾਜ ਕਹਿੰਦੇ ਤਾਮਸ ਨਾ ਮਜਲਾਏ। ਇਹ ਤਮੋ ਗੁਣ ਆ, ਇਹ ਸਾਡਾ ਮੈਲਾ ਗੁਣ ਆ ਜਿਹੜਾ ਕਿਸੇ ਨੂੰ ਮਾਫ ਨਹੀਂ ਕਰਦੇ, ਤਾਂ ਔਗਣ ਦੇਖੀ ਜਾਂਦੇ। ਤਾਮਸ ਨਾ ਮਜਲਾਏ, ਹੁਣ ਨਾਮ ਜਪ ਕੇ ਇਸ ਮੈਲ ਨੂੰ ਅੰਦਰ ਜਲਾ ਦੋ, ਖਤਮ ਕਰ ਦੋ। ਫਿਰ ਧਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚੜ੍ਹਨੀ ਚਿਤ ਲੱਗ। ਮਹਾਰਾਜ ਕਹਿੰਦੇ ਚਾਹੇ ਉਹ ਗ੍ਰਸਤੀ ਹੈ, ਚਾਹੇ ਸੰਨਿਆਸੀ ਹੈ, ਚਾਹੇ ਜੋਗੀ ਹੈ, ਉਹ ਤਾਂ ਤਨ ਹੈ। ਤਨ ਹੈ ਜਿਹੜਾ ਮਾਫ ਕਰ ਦਿੰਦਾ ਔਰ ਪਰਮਾਤਮਾ ਦੇ ਨਾਲ ਆਪਣਾ ਚਿੱਤ ਲਾਇਆ ਹੋਇਆ। ਦੇਖੋ ਕਿਵੇਂ ਮਹਾਰਾਜ ਜੀ ਸਾਨੂੰ ਮਾਂ ਦੀ ਤਰ੍ਹਾਂ, ਪਿਓ ਦੀ ਤਰ੍ਹਾਂ, ਇੱਕ ਮਿੱਤਰ ਦੀ ਤਰ੍ਹਾਂ, ਸਤਿਗੁਰ ਦੀ ਤਰ੍ਹਾਂ ਸਾਨੂੰ ਸਮਝਾ ਰਹੇ ਨੇ ਬਾਣੀ ਵਿੱਚ ਵੀ ਤੈਨੂੰ ਆਹ ਫਲ ਵੀ ਮਿਲਣਗੇ ਤੇ ਤੂੰ ਆਹ ਕੰਮ ਕਰਦੇ। ਹੁਣ ਮਹਾਰਾਜ ਜੀ ਕਹਿੰਦੇ ਨੇ, ਗੁਰੂ ਮਹਾਰਾਜ ਜੀ ਸਤ ਸੰਤੋਖ, ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ। ਲੋਕ ਵਰਤ ਰੱਖਦੇ ਨੇ, ਕੀ ਰੱਖਦੇ ਨੇ? ਅੱਜ ਅਸੀਂ ਭੁੱਖੇ ਰਹਿਣਾ, ਅੱਜ ਅਸੀਂ ਪਾਣੀ ਨਹੀਂ ਪੀਣਾ, ਜਾਂ ਰੱਖਦੇ ਨੇ 40 ਦਿਨ ਕੋਈ ਸਿਮਰਨ ਸਾਧਨਾ ਕਰਨੀ, ਜਾਂ ਕੋਈ ਸਾਲ ਦਾ ਰੱਖਿਆ ਹੁੰਦਾ ਵੀ ਇਹਦੇ ਚ ਨਾਗਾ ਨਹੀਂ ਪਾਣਾ ਅਸੀਂ। ਵਰਤ ਦਾ ਮਤਲਬ ਹੁੰਦਾ ਕਿ ਪੱਕਾ ਇਰਾਦਾ ਕਰ ਲੈਣਾ ਔਰ ਉਨਾ ਸਮਾਂ ਉਸਨੂੰ ਕਰਨਾ। ਗੁਰੂ ਮਹਾਰਾਜ ਕਹਿੰਦੇ ਰੱਖੋ ਤੁਸੀਂ ਵੀ ਵਰਤ, ਪਰ ਇਹ ਭੁੱਖੇ ਰਹਿਣ ਵਾਲਾ ਉਹ ਨਹੀਂ। ਉਹ ਤੁਸੀਂ ਕਿਹੜਾ ਵਰਤ ਰੱਖੋ? ਸੋ ਤੁਸੀਂ ਵਰਤ ਰੱਖੋ ਖਿਮਾ ਕਰਨ ਦਾ, ਮਤਲਬ ਪੱਕਾ ਇਰਾਦਾ ਕਰ ਲਓ, ਪੱਕਾ ਇਰਾਦਾ ਕਰੋ ਕਿ ਹੁਣ ਅਸੀਂ ਮਾਫ ਕਰ ਦੇਣਾ, ਫਿਰ ਵਾਪਸ ਮਨ ਵਿੱਚ ਉਹ ਮੈਲ ਨਹੀਂ ਲੈ ਕੇ ਆਣੀ। ਇਹ ਮਹਾਰਾਜ ਕਹਿੰਦੇ ਨੇ ਅਗਰ ਤੁਸੀਂ ਇਹ ਕਰ ਲਿਆ ਨਾ, ਇਹ ਵਾਲਾ ਵਰਤ ਰੱਖ ਲਿਓ ਮਾਫ ਕਰਨ ਦਾ, ਤਾਂ ਫਿਰ ਤਾਂ ਤੁਸੀਂ ਬਣ ਜਾਓਗੇ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਨਸ ਪ੍ਰਧਾਨ। ਫਿਰ ਤੁਹਾਡੇ ਅੰਦਰ ਦਇਆ ਆਏਗੀ, ਦੇਵਤਾ ਵਰਗੇ ਹੋ ਜਾਓਗੇ, ਪ੍ਰਧਾਨ ਹੋ ਜਾਓਗੇ ਤੁਸੀਂ। ਹੁਣ ਜਿਹੜੀ ਇਹਨਾਂ ਨੇ ਰਿਸਰਚਸ ਕੀਤੀਆਂ ਨੇ ਯੂਨੀਵਰਸਿਟੀਜ਼ ਵਾਲਿਆਂ ਨੇ, ਇਹ ਕਹਿੰਦੇ ਨੇ ਹੀਲਿੰਗ ਹੁੰਦੀ ਹੈ, ਹੀਲਿੰਗ ਬਾਈ ਫॉरगिवनेस। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿੱਥੋਂ ਤੱਕ ਦੀ ਹੀਲਿੰਗ ਦੀ ਗੱਲ ਕਰਦੇ ਨੇ? ਗੁਰੂ ਮਹਾਰਾਜ ਜੀ ਕਹਿੰਦੇ ਨੇ ਖਿਮਾ ਗਹੀ ਵਰਤ ਸੀਲ ਸੰਤੋਖਮ। ਹੁਣ ਜਿਹਦੇ ਕੋਲ ਖਿਮਾ ਦਾ ਗੁਣ ਆ, ਖਿਮਾ ਦਾ ਜਿਹਨੇ ਵਰਤ ਰੱਖ ਲਿਆ, ਹੁਣ ਨਹੀਂ ਮਨ ਵਿੱਚ ਮੈਲ ਨਹੀਂ ਕਿਸੇ ਦੀ ਰੱਖਣੀ, ਮਾਫ ਕਰ ਦਿੱਤਾ,
ਸੋ ਉਹ ਜਿਹੜਾ ਸਬਰ ਸੰਤੋਖ ਵਿੱਚ ਵੀ ਹੈ, ਉਹਨੂੰ ਫਿਰ ਫਲ ਕੀ ਮਿਲਦੇ? ਰੋਗ ਨਾ ਵਿਆਪੇ, ਜਮ ਨਾ ਦੁਖਨ। ਉਹਨੂੰ ਬਿਮਾਰੀਆਂ ਵੀ ਨਹੀਂ ਲੱਗਣਗੀਆਂ, ਉਹਨੂੰ ਮੌਤ ਦਾ ਡਰ ਵੀ ਨਹੀਂ ਹੋਏਗਾ, ਜਮ ਦਾ ਦੁੱਖ ਵੀ ਨਹੀਂ ਲੱਗੇਗਾ। ਥੋੜੀ ਥੋੜੀ ਕਲਾ ਹੈ ਇਹਦੇ ਵਿੱਚ, ਵੱਡੀ ਵੱਡੀ ਕਲਾ। ਹਾਲੇ ਇੱਥੇ ਹੀ ਬਸ ਨਹੀਂ, ਅੱਗੇ ਮਾਰੇ ਕਹਿੰਦੇ ਮੁਕਤ ਭਏ ਪ੍ਰਭ ਰੂਪ ਨਾ ਵੇਖਣ। ਉਹ ਤਾਂ ਮੁਕਤ ਹੋ ਜਾਂਦਾ ਸਾਰੇ ਬੰਧਨਾਂ ਤੋਂ, ਔਰ ਉਹ ਪਰਮਾਤਮਾ ਜੀ ਦਾ ਨਾ ਰੰਗ ਆ, ਨਾ ਕੋਈ ਰੂਪ ਹੈ, ਨਾ ਕੋਈ ਆਕਾਰ ਹੈ, ਉਹਦੇ ਵਿੱਚ ਹੀ ਅਭੇਦ ਹੋ ਜਾਂਦਾ। ਸਾਰੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਪਰਮਾਤਮਾ ਨੂੰ ਮਿਲੀਏ, ਉਹਦਾ ਰੂਪ ਹੋ ਜਾਈਏ, ਹੈ ਨਾ, ਉਹਦੇ ਅੰਸ਼ ਆ, ਪਰ ਉਹ ਪਰਮ ਸੱਤਾ ਦੇ ਵਿੱਚ, ਪਾਰ ਬ੍ਰਹਮ ਪਰਮਾਤਮਾ ਵਿੱਚ ਅਭੇਦ ਹੋ ਜਾਈਏ। ਤਾਂ ਆਹ ਦੇਖੋ ਕਿੱਡਾ ਵੱਡੀ ਸ਼ਕਤੀ ਦੇ ਦਿੱਤੀ ਮਹਾਰਾਜ ਨੇ ਸਾਨੂੰ, ਵੀ ਤੁਸੀਂ ਮਾਫ ਕਰੋ। ਅੱਜ ਨਾਲੋਂ ਨਾਲ ਨਾ ਮਾਫ ਕਰੀ ਜਾਣਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ, ਗੁਰੂ ਮਹਾਰਾਜ ਤੁਸੀਂ ਇਹ ਕਿਹਾ, ਸੋ ਅਸੀਂ ਮਾਫ ਵੀ ਕਰਨਾ, ਅਸੀਂ ਮਾਫੀ ਵੀ ਮੰਗਣੀ ਆਪਣੀ ਗਲਤੀਆਂ ਦੀ, ਤਾਂ ਕਿ ਸਾਡੇ ਰੋਗ ਹੀ ਖਤਮ ਹੋ ਜਾਣ, ਸਾਨੂੰ ਮੌਤ ਦਾ ਡਰ ਨਾ ਹੋਵੇ, ਅਸੀਂ ਬੰਦਰਾਂ ਤੋਂ ਮੁਕਤ ਹੋ ਜਾਈਏ। ਕਿੰਨਾ ਮਤਲਬ ਗੁਰੂ ਮਹਾਰਾਜ ਦੀ ਕਿਰਪਾ ਰਹਿਮਤ ਹੈ। ਸੋ ਮਹਾਰਾਜ ਕਹਿੰਦੇ ਸ਼ਿੰਗਾਰ ਕਿਵੇਂ ਕਰਦੇ ਨਾ, ਅਸੀਂ ਸਾਰੇ ਜਣੇ ਕਰਦੇ ਹੀ ਆ। ਕੋਈ ਸੋਹਣੇ ਕੱਪੜੇ ਪਾ ਕੇ ਕਰੇਗਾ, ਕੋਈ ਬ੍ਰਾਂਡਡ ਚੀਜ਼ਾਂ ਪਾ ਕੇ, ਹੈ ਨਾ, ਕੋਈ ਮੇਕਅਪ ਕਰਕੇ, ਕੋਈ ਕਿਸੇ ਵੀ ਤਰ੍ਹਾਂ ਹੈ, ਕੋਈ ਸ਼ਿੰਗਾਰ ਕਰਨਾ ਚਾਹੁੰਦੇ, ਆਪਣੇ ਘਰ ਨੂੰ ਸ਼ਿੰਗਾਰਦੇ ਨੇ ਆਪਣਾ। ਗੁਰੂ ਮਹਾਰਾਜ ਕਹਿੰਦੇ ਤੁਸੀਂ ਸ਼ਿੰਗਾਰੋ। ਕੀ ਸ਼ਿੰਗਾਰੋ? ਆਪਣੇ ਮਨ ਨੂੰ ਸ਼ਿੰਗਾਰ ਲਓ, ਆਪਣੇ ਮਨ ਨੂੰ ਸੁੰਦਰ ਬਣਾਓ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੁਧਾਰੀ, ਖਿਮਾ ਸਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਬਿਹਾਰੀ। ਇਹ ਜੀਵ ਇਸਤਰੀ, ਤੂੰ ਮਾਫ ਕਰਨ ਵਾਲਾ ਗੁਣ ਧਾਰਨ ਕਰ ਲਾ, ਇਹ ਤੇਰਾ ਅਸਲੀ ਸ਼ਿੰਗਾਰ ਹੈ, ਫਿਰ ਤੂੰ ਪਰਮਾਤਮਾ ਦੀ ਪਿਆਰੀ ਹੋ ਜਾਏਗੀ। ਦੇਖੋ ਅਸੀਂ ਕਿਹਦੇ ਕਿਹਦੇ ਪਿਆਰੇ ਬਣਨਾ ਚਾਹੁੰਦੇ ਹਾਂ, ਸਾਰੀ ਉਮਰ ਭਿਖਾਰੀ ਬਣੇ ਰਹਿੰਦੇ, ਤੂੰ ਮੈਨੂੰ ਪਿਆਰ ਨਹੀਂ ਕਰਦਾ, ਤੂੰ ਮੈਨੂੰ ਪਿਆਰ ਨਹੀਂ ਕਰਦੀ, ਇੱਥੇ ਹੀ ਖੜੇ ਹੈ। ਸੋ ਪਾਰ ਬ੍ਰਹਮ ਪਰਮਾਤਮਾ ਹੀ ਸਾਨੂੰ ਪਿਆਰ ਕਰਨ ਲੱਗ ਜਾਵੇ, ਉਹ ਕਰ ਰਿਹਾ ਉਹ ਤਾਂ ਪਿਆਰ, ਮਤਲਬ ਅਸੀਂ ਮਹਿਸੂਸ ਕਰਨ ਲੱਗ ਜਾਈਏ, ਤਾਂ ਕਿੱਡੀ ਵੱਡੀ ਖੇਡ ਹੈ ਕਿ ਅਸੀਂ ਮਾਫ ਕਰ ਦਈਏ, ਮਾਫੀ ਮੰਗ ਲਈਏ। ਅਗਰ ਆਪਣਾ ਕਲਿਆਣ ਚਾਹੁੰਦੇ ਆ ਤਾਂ ਅੱਜ ਦੇਖੋ ਮਹਾਰਾਜ ਨੇ ਸਾਡੇ ਕਲਿਆਣ ਦੇ ਵਾਸਤੇ ਇਹ ਕਿੱਡੀਆਂ ਕਿੱਡੀਆਂ ਸਾਨੂੰ ਚੀਜ਼ਾਂ ਦੱਸੀਆਂ ਨੇ। ਤੇ ਉਹ ਬਾਬਾ ਕਬੀਰ ਜੀ ਕਹਿੰਦੇ ਨੇ, ਜਹਾਂ ਗਿਆਨ ਤਹਾਂ ਧਰਮ ਹੈ। ਕਬੀਰਾ, ਜਹਾਂ ਗਿਆਨ ਤਹਾਂ ਧਰਮ ਹੈ। ਧਰਮ ਕਿੱਥੋਂ ਸ਼ੁਰੂ ਹੁੰਦਾ? ਗਿਆਨ ਦੇ ਨਾਲ। ਇਹ ਹੁਣ ਗਿਆਨ ਸਾਨੂੰ ਮਿਲ ਰਿਹਾ ਗੁਰਬਾਣੀ ਦੇ ਵਿੱਚੋਂ, ਸਮਝ ਲਓ ਅਸੀਂ ਧਰਮ ਨਾਲ ਜੁੜ ਰਹੇ ਹਾਂ। ਔਰ ਜਹਾਂ ਝੂਠ ਤਹ ਪਾਪ, ਜਿੱਥੇ ਵੀ ਅਸੀਂ ਝੂਠ ਬੋਲਦੇ ਹਾਂ ਸਮਝ ਲਓ ਅਸੀਂ ਪਾਪ ਨਾਲ ਜੁੜੇ ਹੋਏ ਹਾਂ। ਜਹਾਂ ਲੋਭ ਤਹ ਕਾਲ ਹੈ, ਜਦੋਂ ਮਨ ਲੋਭੀ ਹੁੰਦਾ ਅਸੀਂ ਕਾਲ 'ਚ ਫਸੇ ਹੋਏ ਹਾਂ। ਔਰ ਜਹਾਂ ਖਿਮਾ ਤਹ ਆਪ, ਜਿੱਥੇ ਮੁਆਫੀ ਉੱਥੇ ਹੀ ਪਰਮਾਤਮਾ। ਨਾ ਐਡਾ ਜ਼ਬਰਦਸਤ ਫਾਰਮੂਲਾ ਬਾਬਾ ਕਬੀਰ ਜੀ ਨੇ ਸਾਨੂੰ ਦੇ ਦਿੱਤਾ। ਆਹ ਗੁਣ ਅਪਣਾਣੇ ਨੇ, ਤੇ ਜਿੱਥੇ ਮਾਫੀ ਉੱਥੇ ਪਰਮਾਤਮਾ ਆਪ ਹੈ। ਕੀ ਕਹਿ ਰਹੀਆਂ ਨੇ ਯੂਨੀਵਰਸਿਟੀਜ਼, ਇਹਨਾਂ ਨੂੰ ਵੀ ਅਸੀਂ ਦੇਖੀਏ। ਇਹ ਕਹਿ ਰਹੀਆਂ ਨੇ ਕਿ ਕਿਵੇਂ ਤੁਸੀਂ ਮਾਫ ਕਰੋ। ਪਹਿਲਾਂ ਤਾਂ ਲਿਸਟ ਬਣਾਓ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਤੁਹਾਨੂੰ ਹਰਟ ਕੀਤਾ, ਦੁੱਖ ਦਿੱਤਾ, ਤੁਹਾਡੇ ਨਾਲ ਕੁਝ ਵੀ ਮਾੜਾ ਕੀਤਾ। ਲਿਸਟ ਬਣਾਓ, ਲਿਖ ਲਓ। ਇਹਨਾਂ ਨੇ ਪ੍ਰੈਕਟੀਕਲ ਕਰਵਾਇਆ ਇਸ ਤਰ੍ਹਾਂ। ਉਸ ਤੋਂ ਬਾਅਦ ਫਿਰ ਰਿਸਰਚਰਸ ਕਰ ਕਰਕੇ ਸਾਨੂੰ ਫਾਰਮੂਲੇ ਦਿੰਦੇ ਨੇ। ਫਿਰ ਕਹਿੰਦੇ ਨੇ ਦੂਸਰਾ ਸਟੈਪ ਹੈਗਾ ਐਕਸੈਪਟ ਕਰੋ ਕਿ ਤੁਸੀਂ ਹਰਟ ਹੋਏ ਸੀ। ਮਾਫ ਕਰਨਾ ਅਗਲਾ ਸਟੈਪ ਹੈ, ਹੱਲੇ ਨਹੀਂ। ਮੰਨੋ ਵੀ ਤੁਹਾਨੂੰ ਉਹਨੇ ਦੁੱਖ ਦਿੱਤਾ, 1 ਨੇ 2 ਨੇ 50 ਨੇ, ਜਿਹਨੇ ਵੀ ਦਿੱਤਾ, ਮੰਨ ਲਓ ਵੀ ਅਸੀਂ ਦੁਖੀ ਹੋਏ ਸੀ, ਤਾਂ ਕਿ ਆਪਣੇ ਪਹਿਲਾਂ ਅੰਦਰ ਤੱਕ ਅਸੀਂ ਪਹੁੰਚੀਏ। ਤੀਸਰਾ ਫਿਰ ਕੀ ਕਰੋ, ਫੇਸ ਕਰੋ ਉਸ ਪਰਸਨ ਨੂੰ ਜਿਹਨੇ ਤੁਹਾਨੂੰ ਦੁੱਖ ਦਿੱਤਾ, ਔਰ ਉਹਨੂੰ ਦੱਸੋ। ਕਈ ਵਾਰ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਵੀ ਮੇਰਾ ਬਿਹੇਵੀਅਰ ਕਿਹੋ ਜਿਹਾ, ਮੇਰੇ ਵਰਤਾਰੇ ਨਾਲ ਹੀ ਦੁਖੀ ਹੋ ਰਿਹਾ। ਫਿਰ ਉਹਨੂੰ ਬੜੀ ਅੱਛੀ ਕਨਵਰਸੇਸ਼ਨ ਦੇ ਨਾਲ, ਮਤਲਬ ਅੱਛੇ ਤਰੀਕੇ ਦੇ ਨਾਲ ਉਹਨੂੰ ਦੱਸੋ ਕਿ ਤੁਹਾਡੇ ਇਸ ਕਾਰਨ ਮੈਂ ਦੁਖੀ ਹੋਇਆ ਔਰ ਅੱਜ ਤੱਕ ਮੈਂ ਦੁੱਖ ਫੀਲ ਕਰ ਰਿਹਾ। ਤੇ ਅਗਰ ਇਸ ਤਰ੍ਹਾਂ ਦਾ এনवायरमेंट ਨਹੀਂ, ਉਹ ਤੁਹਾਡੀ ਨਹੀਂ ਗੱਲ ਸੁਣਨ ਵਾਲਾ, ਜਾਂ ਤੁਹਾਡੇ ਜੌਬ ਤੇ ਬਿਜ਼ਨਸ ਤੇ ਕੋਈ ਸੀਨੀਅਰ ਹੈ ਜਿਹਨੇ ਤੁਹਾਡੀ ਸੁਣਨੀ ਨਹੀਂ ਗੱਲ, ਵੀ ਤੁਸੀਂ ਦੁਖੀ ਹੋਏ ਹੋ ਉਹਨਾਂ ਦੇ ਵਰਤਾਵ ਦੇ ਨਾਲ ਜਾਂ ਅੱਜ ਤੱਕ ਹੋ ਰਹੇ ਹੋ, ਤਾਂ ਉਹ ਕਹਿੰਦੇ ਇਹਦੇ ਵਿੱਚ ਵੀ 2 ਕੰਮ ਕਰਨੇ ਨੇ।
ਪਹਿਲਾਂ ਤਾਂ ਆਪਣੇ ਆਪ ਨੂੰ ਸੈਲਫ ਚੈੱਕ ਕਰੋ ਵੀ ਹੋ ਸਕਦਾ ਜਿਹੜੀ ਉਹ ਸਿੱਖਿਆ ਤੁਹਾਨੂੰ ਦੇ ਰਿਹਾ ਹੋਵੇ ਉਹਦੇ ਵਿੱਚ ਤੁਹਾਡੀ ਭਲਾਈ ਹੋਵੇ, ਤੁਹਾਡੀ ਗਰੋਥ ਹੋ ਰਹੀ ਹੋਵੇ। ਅਗਰ ਉਹਦੀ ਸਿੱਖਿਆ ਵਿੱਚ ਭਲਾਈ ਗਰੋਥ ਤੁਸੀਂ ਨਹੀਂ ਦੇਖ ਰਹੇ ਤਾਂ ਫਿਰ ਤੁਸੀਂ ਬਿਨਾਂ ਕਾਰਨ ਵੀ ਦੁਖੀ ਹੋ ਸਕਦੇ ਹੋ, ਹਨਾ। ਸੋ ਉਹਦੀ ਤੁਸੀਂ ਉਸ ਦੇ ਨਾਲ ਇੰਨੀ ਅੱਛੀ ਤਰੀਕੇ ਨਾਲ ਗੱਲ ਕਰਕੇ ਵੀ ਉਹ ਤੁਹਾਡੀਆਂ ਸਿੱਖਿਆਵਾਂ ਜਿਹੜੀਆਂ ਮੈਨੂੰ ਅੱਛੀਆਂ ਲੱਗ ਰਹੀਆਂ, ਪਰ ਤੁਸੀਂ ਮੈਨੂੰ ਇਸ ਤਰੀਕੇ ਦੇ ਨਾਲ ਕਹਿ ਦਿਓ, ਇਦਾਂ ਵੀ ਤੁਸੀਂ ਕਹਿ ਸਕਦੇ ਹੋ। ਪਰ ਅਗਰ ਫਿਰ ਵੀ ਨਹੀਂ ਕਹਿ ਸਕਦੇ, ਫਿਰ ਤੁਸੀਂ ਉਹ ਕਹਿੰਦੇ ਕੀ ਕਰੋ, ਕਿਤੇ ਇਹੋ ਜਿਹਾ ਸਾਡਾ ਹੁੰਦਾ ਨਾ ਸੀਨੀਅਰ ਦੇ ਅੱਗੇ ਅਸੀਂ ਨਹੀਂ ਕਹਿ ਸਕਦੇ ਵੀ ਸਾਡੇ ਨਾਲ ਤੁਹਾਡਾ ਬਿਹੇਵੀਅਰ ਸਾਨੂੰ ਦੁਖੀ ਕਰ ਰਿਹਾ ਆ, ਉੱਥੇ ਉਹ ਕਹਿੰਦੇ ਕੀ ਕਰੋ, ਫਿਰ ਤੁਸੀਂ ਕੈਥਾਰਸਿਸ ਦੇ ਵਿੱਚ ਚਲੇ ਜਾਓ। ਇੱਕ ਰੇਚਨ ਕਿਰਿਆ ਹੈ, ਇਹਨੇ ਅੰਦਰੋਂ ਫਿਰ ਉਹ ਮੈਲ ਕੱਢਣੀ ਹੈ ਜਿਹੜੀ ਇਹਦੇ ਵਿੱਚ ਅਸੀਂ ਸਟਕ ਹੋਏ ਹਾਂ। ਕੀ ਕਰੋ, ਕਹਿੰਦੇ ਅਗਰ ਫਿਰ ਤੁਹਾਡੇ ਨਾਲ ਉਹੋ ਜਿਹਾ ਵਰਤਾਰਾ ਕਰ ਰਿਹਾ, ਤੁਹਾਨੂੰ ਬੋਲ ਰਿਹਾ, ਗੰਦੇ ਬੋਲ ਰਿਹਾ, ਮਿਹਣੇ ਤਾਨੇ ਜੋ ਵੀ ਤੁਹਾਡੇ ਨਾਲ ਕਰ ਰਿਹਾ, ਤੇ ਹੁਣ ਤੁਸੀਂ ਪਹਿਲਾਂ ਆਪਣੇ ਆਪ ਨੂੰ ਚੈਲੰਜ ਵਿੱਚ ਲੈ ਲਓ ਵੀ ਇਹ ਹੁਣ ਜਿਹੜੀ ਇਹ ਮੈਲ ਆ ਨਾ, ਮੈਂ ਆਪਣੇ ਅੰਦਰ ਵੜਨ ਨਹੀਂ ਦੇਣੀ, ਇਹ ਨੈਗੇਟਿਵ ਇੰਪ੍ਰੈਸ਼ਨ ਹੁਣ ਮੈਂ ਆਪਣੇ ਅੰਦਰ ਜਾਣ ਨਹੀਂ ਦੇਣੀ। ਫਿਰ ਕੀ ਕਰੋ, ਕਹਿੰਦੇ ਆਪਣੀਆਂ ਮੁੱਠੀਆਂ ਘੁੱਟ ਲਓ, ਉਹਦੇ ਸਾਹਮਣੇ ਨਹੀਂ ਘੁੱਟ ਸਕਦੇ, ਥੋੜਾ ਜਿਹਾ ਕੱਛਾਂ 'ਚ ਦੇ ਲਓ, ਪਿੱਛੇ ਨੂੰ ਕਰ ਲਓ, ਔਰ ਮੁੱਠੀਆਂ ਘੁੱਟਣ ਦੇ ਨਾਲ ਨਾਲ ਇਹ ਫੀਲ ਕਰੋ ਵੀ ਸਾਰੀ ਨੈਗੇਟਿਵਿਟੀ, ਨੈਗੇਟਿਵ ਇੰਪ੍ਰੈਸ਼ਨ ਜਿਹੜਾ ਇੱਥੇ ਮੁੱਠੀਆਂ 'ਚ ਜਾ ਰਿਹਾ, ਤੇ ਉਹ ਜਦੋਂ ਆਪਣਾ ਬੋਲ ਹਟੇ, ਕੁਝ ਵੀ ਤੁਹਾਡਾ ਮਾੜਾ ਕਰ ਹਟੇ ਬਿਹੇਵੀਅਰ ਦੇ ਥਰੂ, ਤਾਂ ਤੁਸੀਂ ਫਿਰ ਆਪਣੀਆਂ ਮੁੱਠੀਆਂ ਨੂੰ ਖੋਲ ਦਿਓ ਵੀ ਮੈਂ ਰਿਲੀਜ਼ ਕਰ ਦਿੱਤਾ, ਇਹ ਮੈਲ ਮੇਰੇ ਅੰਦਰ ਗਈ ਹੀ ਨਹੀਂ, ਇਹ ਪੇਨ, ਇਹ ਦੁੱਖ ਮੇਰੇ ਅੰਦਰ ਗਿਆ ਹੀ ਨਹੀਂ। ਇਹ ਵੀ ਇੱਕ ਸਟੈਪ ਹੈ। ਇਸ ਤੋਂ ਅਗਰ ਇੰਨੇ ਨਾਲ ਤੁਸੀਂ ਨਹੀਂ ਠੀਕ ਹੋ ਰਹੇ, ਇਹ ਵੀ ਕਰੀ ਜਾਓ, ਨਹੀਂ ਠੀਕ ਹੋ ਰਿਹਾ ਥੋੜਾ ਜਿਹਾ ਫਿਰ ਅੱਗੇ, ਇਹ ਉਹਨਾਂ ਨੇ ਉਹਨਾਂ ਸਟੂਡੈਂਟਸ ਨੂੰ ਕਰਵਾਇਆ ਸੀ ਜਿਹੜੇ ਕਿ ਗਰੁੱਪਸ ਆਪਸ ਵਿੱਚ ਦੁਸ਼ਮਣੀ, ਯੂਨੀਵਰਸਿਟੀਜ਼ ਦੇ ਵਿੱਚ ਪਤਾ ਨਾ ਕਿੰਨੇ ਕਿੰਨੇ ਬੱਚੇ ਦੁਸ਼ਮਣੀਆਂ ਕਰ ਲੈਂਦੇ ਨੇ, ਮਰਡਰ ਤੱਕ ਕਰ ਦਿੰਦੇ ਨੇ, ਕੀ ਕੁਝ ਨਹੀਂ ਕਰ ਲੈਂਦੇ। ਸੋ ਉਹਨਾਂ ਗਰੁੱਪਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਸੀ। ਉਹਨਾਂ ਨੂੰ ਕਿਹਾ ਫਿਰ ਕੀ ਕਰੋ, ਜਿਹਦੇ ਲਈ ਤੁਹਾਡੇ ਮਨ ਵਿੱਚ ਕੁਝ ਵੀ ਇਸ ਤਰ੍ਹਾਂ ਮਾੜਾ ਚੱਲ ਰਿਹਾ, ਨੈਗੇਟਿਵ ਇਮੋਸ਼ਨ ਚੱਲ ਰਿਹਾ, ਤੁਸੀਂ ਕੀ ਕਰੋ, ਉਹਦੀ ਪਿਕਚਰ ਲੈ ਲਓ, ਫੋਟੋ ਲੈ ਲਓ, ਜਿਵੇਂ ਆ ਨੇਤਾ ਲੋਕਾਂ ਨੂੰ ਕਰਦੇ ਹੋ, ਜਦੋਂ ਉਹ ਨਹੀਂ ਪਸੰਦ ਹੁੰਦਾ ਉਹਦਾ ਕੁਝ ਵੀ, ਫਿਰ ਲੋਕ ਕੀ ਕਰਦੇ ਨੇ, ਉਹ ਉਹਨਾਂ ਦੇ ਪੁਤਲੇ ਸਾੜਦੇ ਨੇ, ਉਹਦੇ ਦੇ ਗਲਿਆਂ 'ਚ ਜੁੱਤੀਆਂ ਦੇ ਹਾਰ ਵੀ ਪਾ ਦਿੰਦੇ ਨੇ, ਕੁੱਟਦੇ ਵੀ ਨੇ ਜੁੱਤੀਆਂ ਦੇ ਨਾਲ, ਬਹੁਤ ਕੁਝ ਕਰਦੇ ਨੇ, ਹਨਾ। ਉਹ ਕਹਿੰਦੇ ਤੁਸੀਂ ਵੀ ਇਸ ਤਰ੍ਹਾਂ ਹੀ ਕਰੋ, ਉਹਦੇ ਨਾਲ ਕੀ ਹੁੰਦਾ, ਲੋਕਾਂ ਦੀ ਭੜਾਸ ਬਾਹਰ ਨਿਕਲ ਜਾਂਦੀ, ਥੋੜੇ ਲਾਈਟ ਹੋ ਜਾਂਦੇ, ਅਸੀਂ ਉਹਨੂੰ ਇਉਂ ਕਰ ਲਿਆ। ਇਦਾਂ ਹੀ ਉਹ ਕਹਿੰਦੇ ਤੁਸੀਂ ਲਾਈਟ ਹੋਣ ਲਈ, ਹਲਕੇ ਹੋਣ ਲਈ, ਇਹ ਨੈਗੇਟਿਵ ਇਮੋਸ਼ਨਸ ਆਪਣੇ ਬਾਹਰ ਕੱਢਣ ਦੇ ਲਈ ਤੁਸੀਂ ਵੀ ਫਿਰ ਇਸ ਤਰ੍ਹਾਂ ਕਰੋ, ਜਿਹੜਾ ਤੁਹਾਡੇ ਨਾਲ ਜਿਹਨੇ ਮਾੜਾ ਕੀਤਾ, ਤੁਸੀਂ ਵੀ ਉਹਦੀ ਫੋਟੋ ਲਓ, ਉਹਨੂੰ ਚਾਹੇ ਜਲਾ ਦਿਓ, ਚਾਹੇ ਟੁਕੜੇ ਟੁਕੜੇ ਕਰਕੇ ਗਾਰਬੇਜ ਸੁੱਟ ਦਿਓ, ਔਰ ਜਿਹੜੇ ਮੁੰਡੇ ਬਹੁਤ ਜ਼ਿਆਦਾ ਮਰਡਰ ਤੱਕ ਕਰਨ ਵਾਲੀ ਹਾਲਤ ਤੱਕ ਪਹੁੰਚ ਗਏ ਸੀ, ਉਹਨਾਂ ਨੂੰ ਕਿਹਾ ਤੁਸੀਂ ਚਾਕੂ ਲੈ ਕੇ ਉਹਨੂੰ ਮਾਰੋ, ਫੋਟੋ ਨੂੰ ਵੀ ਸਮਝ ਲਓ ਤੁਸੀਂ ਮਾਰ ਸੁੱਟਿਆ ਉਹਨੂੰ। ਸੋ ਇਵੇਂ ਤੁਸੀਂ ਕਰੋ, ਜਾਂ ਤੁਸੀਂ ਇੱਕ ਪਿੱਲੋ ਲੈ ਲਓ ਤੇ ਆਪਣਾ ਬੈਟ ਲੈ ਕੇ, ਸੋਟੀ ਲੈ ਕੇ ਉਹਨੂੰ ਢਾ ਕੇ ਕੁੱਟੋ, ਵੀ ਤਾਂ ਕਿ ਤੁਸੀਂ ਉਹਨੇ ਜਿੰਨਾ ਤੁਹਾਨੂੰ ਤੰਗ ਕੀਤਾ ਤੁਸੀਂ ਵੀ ਲੈ ਲਿਆ ਬਦਲਾ, ਔਰ ਉਸ ਤੋਂ ਬਾਅਦ ਤੁਸੀਂ ਹਲਕੇ ਹੋਣਾ ਸ਼ੁਰੂ ਹੋ ਜਾਓਗੇ। ਔਰ ਇਹਨਾਂ ਨੇ ਪ੍ਰੈਕਟੀਕਲ ਕਰਵਾਇਆ, ਔਰ ਉਹਨਾਂ ਨੇ ਕਿਹਾ ਵੀ ਉਹ ਜਿਨ੍ਹਾਂ ਦੀਆਂ ਦੁਸ਼ਮਣੀਆਂ ਅੰਦਰ ਚੱਲ ਰਹੀਆਂ ਸੀ, ਉਹ ਫॉरगिवनेस ਉਹਨਾਂ ਦੇ ਅੰਦਰ ਹੌਲੀ ਹੌਲੀ, ਟਾਈਮ ਲੱਗਦਾ, ਹੌਲੀ ਹੌਲੀ ਉਹ ਫॉरगिवनेस ਜਾਗਣੀ ਸ਼ੁਰੂ ਹੋਈ, ਔਰ ਉਹ ਆਪਸ ਵਿੱਚ ਉਹਨਾਂ ਦਾ ਰਿਲੇਸ਼ਨ ਜਿਹੜਾ ਆ ਉਹ ਦੋਸਤਾਂ ਵਰਗਾ ਬਣ ਗਿਆ। ਇਹ ਵੱਡੀ ਕਲਾ ਹੈ, ਬਹੁਤ ਵੱਡੀ ਕਲਾ ਹੈ। ਹੋਰ ਸਟੈਪ ਇਹ ਕੀ ਦੱਸ ਰਹੇ ਨੇ, ਇਹ ਕਹਿੰਦੇ ਵੀ ਤੁਸੀਂ ਲਿਖੋ, ਰੋਜ਼ ਲਿਖੋ, ਡੇਲੀ ਲਿਖੋ ਕੁਝ ਦਿਨ, ਵੀ ਉਹਨੇ ਮੇਰੇ ਨਾਲ ਆਹ ਬੁਰਾ ਕੀਤਾ ਸੀ ਔਰ ਮੈਨੂੰ ਆਹ ਦੁੱਖ ਲੱਗਿਆ ਸੀ, ਆਹ ਬੁਰਾ ਕੀਤਾ ਸੀ, ਆਹ ਦੁੱਖ ਲੱਗਿਆ ਸੀ, ਔਰ ਅੱਜ ਤੱਕ ਮੈਂ ਉਹਦੇ ਵਿੱਚ ਘਿਰੀ ਪਈਆਂ ਜਾਂ ਘਿਰਿਆ ਪਿਆ ਆ। ਲਿਖੋ, ਫਿਰ ਉਹਨੂੰ ਪੜ੍ਹ ਦਿਓ, ਔਰ ਪੜ੍ਹ ਕੇ ਫੀਲ ਕਰੋ ਵੀ ਨਿਕਲ ਗਿਆ ਅੰਦਰੋਂ ਇਹ ਦੁੱਖ, ਇਹ ਪਾਸਟ ਸੀ, ਇਹ ਹੋ ਗਿਆ, ਬਸ ਇਹ ਤਾਂ ਖਤਮ ਹੋ ਗਿਆ। ਤਾਂ ਇਹ ਵੀ ਤੁਹਾਡੇ ਜਿਹੜਾ ਪੈਟਰਨ ਅੰਦਰੋਂ ਚੇਂਜ ਹੋਣਾ ਸ਼ੁਰੂ ਹੋ ਜਾਵੇਗਾ। ਇੱਕ ਹੈਗਾ ਕਿ ਜਿਬਰਿਸ਼ ਮੈਡੀਟੇਸ਼ਨ, ਇਹਦੇ ਵਿੱਚ ਕੀ ਕਰਦੇ ਨੇ, ਮੂੰਹ ਦੇ ਵਿੱਚ ਮੀਨਿੰਗਲੈਸ ਬੋਲੀ ਜਾਣਾ, ਗਾਲਾਂ ਨਹੀਂ ਕੱਢਣੀਆਂ ਕਿਸੇ ਨੂੰ, ਬਸ ਅਨਾਪ ਸ਼ਨਾਪ ਬੋਲੀ ਜਾਣਾ, ਜਿਹਦਾ ਕੋਈ ਮਤਲਬ ਵੀ ਨਹੀਂ ਆ। ਉਹਦੇ ਲਈ ਫਿਰ ਗਰੁੱਪਸ ਨੂੰ ਕਰਵਾਉਂਦੇ ਸਨ, ਕੀ ਕਰਦੇ ਸਨ, ਮੂੰਹ ਦੇ ਉੱਤੇ ਬਾਲਟੀਆਂ ਪਾ ਦੇਣੀਆਂ, ਤਾਂ ਕਿ ਤੁਸੀਂ ਬੋਲੀ ਜਾਓ ਤੇ ਕਿਸੇ ਨੂੰ ਵੀ ਨਾ ਲੱਗੇ ਤੂੰ ਕੀ ਬੋਲ ਰਿਹਾ, ਉਹ ਆਪਣਾ ਬੋਲ ਰਿਹਾ, ਤੁਸੀਂ ਆਪਣਾ, ਤੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਉਹ ਹਲਕੇ ਹੋ ਗਏ, ਲਾਈਟ ਹੋ ਗਏ। ਤੇ ਇੱਕ ਹੈਗਾ ਮਿਸਟਿਕ ਮੈਡੀਟੇਸ਼ਨ, ਇਸ ਸਿਸਟਮ ਵਿੱਚ ਉਹ ਕੀ ਕਰਾਉਂਦੇ ਨੇ, ਗਰੁੱਪ ਨੂੰ ਲੈ ਕੇ 3 ਦਿਨ ਲਗਾਤਾਰ ਉਹਨਾਂ ਨੂੰ ਰਵਾਈ ਜਾਣਾ, ਇਦਾਂ ਦੀਆਂ ਗੱਲਾਂ ਕਰੀ ਜਾਣੀਆਂ, ਇਮੋਸ਼ਨਸ ਇਦਾਂ ਦੇ ਉਠਾਈ ਜਾਣੇ ਜਿਹਦੇ ਨਾਲ ਉਹ ਰੋ ਰਹੇ ਨੇ, ਖੁੱਲ ਕੇ ਰੋ ਰਹੇ ਨੇ। ਉਸ ਤੋਂ ਬਾਅਦ 3 ਦਿਨ ਉਹਨਾਂ ਨੂੰ ਹਸਾਈ ਜਾਣਾ ਲਗਾਤਾਰ,
ਉਸ ਤੋਂ ਬਾਅਦ ਉਹ ਬਿਲਕੁਲ ਲਾਈਟ ਹੋ ਗਏ, ਹਲਕੇ ਹੋ ਗਏ। ਸੋ ਕਈ ਵਾਰ ਆਪ ਜੀ ਨੇ ਦੇਖਿਆ ਹੋਗਾ ਸਿਮਰਨ ਸਾਧਨਾ ਵਿੱਚ ਵੀ ਸਿਮਰਨ ਕਰਦਿਆਂ, ਨਾਮ ਜਪਦਿਆਂ ਲੋਕ ਰੋਣ ਲੱਗ ਜਾਂਦੇ ਨੇ ਉੱਚੀ ਉੱਚੀ, ਭੁੱਬਾਂ ਮਾਰ ਮਾਰ ਕੇ ਵੀ। ਅਸੀਂ ਕਈ ਕਹਿੰਦੇ ਉਹ ਡਰਾਮੇ ਕਰਦੇ, ਦਿਖਾਉਣ ਨੂੰ ਕਰਦੇ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਜਦੋਂ ਥੋੜ੍ਹੇ ਜਿਹੇ ਆਪਣੇ ਸੈਲਫ ਦੇ ਨਾਲ ਜੁੜਦੇ ਨੇ ਤਾਂ ਉਹ ਅੰਦਰ ਜਿਹੜੇ ਇਮੋਸ਼ਨਸ ਦੱਬੇ ਪਏ ਹੋਏ ਹੁੰਦੇ ਨੇ ਨਾ, ਉਹ ਨਿਕਲ ਰਹੇ ਹੁੰਦੇ ਨੇ, ਉਹ ਅੰਦਰੋਂ ਰਿਲੀਜ਼ ਹੋ ਰਹੇ ਹੁੰਦੇ ਨੇ। ਸੋ ਇਹ ਵੀ ਇੱਕ ਤਰੀਕਾ ਹੈ। ਤੋ NLP ਵਾਲੇ ਕਹਿੰਦੇ ਨੇ ਵੀ ਇਸ ਤਰ੍ਹਾਂ ਤੁਸੀਂ ਲੈ ਕੇ ਚੱਲੋ ਵੀ ਜਿਹੜੇ ਲੋਕ ਨੇ ਔਰ ਉਹਨਾਂ ਦਾ ਜਿਹੜਾ ਬਿਹੇਵੀਅਰ ਹੈ, ਉਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਕਿਉਂਕਿ ਅਗਰ ਤੁਹਾਡੇ ਨਾਲ ਉਹ ਬੁਰਾ ਕਰ ਰਿਹਾ, ਇਸ ਦਾ ਮਤਲਬ ਇਹ ਨਹੀਂ ਕਿ ਉਹ ਬੁਰਾ ਹੈ। ਬਹੁਤ ਸਾਰੇ ਉਹਨੂੰ ਪਸੰਦ ਵੀ ਕਰਦੇ ਹੋਣਗੇ, ਉਹਦੇ ਵਿੱਚ ਕੁਝ ਚੰਗਿਆਈਆਂ ਵੀ ਹੋਣਗੀਆਂ। ਇਸੇ ਤਰ੍ਹਾਂ ਆਪਣੇ ਆਪ ਨੂੰ ਲਾਓ, ਕਿੰਨਿਆਂ ਨੂੰ ਤੁਸੀਂ ਨਹੀਂ ਪਸੰਦ ਹੋ ਸਕਦੇ, ਤੁਹਾਡਾ ਬਿਹੇਵੀਅਰ ਕਿੰਨਿਆਂ ਨੂੰ ਨਹੀਂ ਅੱਛਾ ਲੱਗ ਰਿਹਾ ਹੋਵੇਗਾ, ਲੇਕਿਨ ਕਿੰਨੇ ਤੁਹਾਨੂੰ ਵੀ ਪਸੰਦ ਕਰਦੇ ਹੋਣਗੇ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੁਰੇ ਹੋ, ਉਹ ਤੁਹਾਡਾ ਇੱਕ ਬਿਹੇਵੀਅਰ ਬੁਰਾ ਹੈ। ਇਸੇ ਤਰ੍ਹਾਂ ਹੀ ਸਾਹਮਣੇ ਵਾਲਾ ਬੁਰਾ ਨਹੀਂ, ਉਹਦਾ ਉਹ ਵਰਤਾਰਾ, ਉਹਦਾ ਉਹ ਇੱਕ ਸੁਭਾਅ ਜਿਹੜਾ ਹੈ ਉਹ ਅੱਛਾ ਨਹੀਂ, ਪਰ ਉਹ ਅੱਛਾ ਹੈ। ਸੋ ਆਪਣੇ ਆਪ ਨੂੰ ਵੀ ਚੰਗਾ ਦੇਖੋ, ਦੂਸਰੇ ਨੂੰ ਵੀ ਚੰਗਾ ਦੇਖੋ। ਫਿਰ ਨਾਲ ਹੋਰ ਕੀ ਕਰੋ, ਉਹਦੇ ਕਿਹੜੇ ਗੁਣਾਂ ਦੇ ਨਾਲ ਦੂਸਰੇ ਲੋਕ ਖੁਸ਼ ਹੋ ਰਹੇ ਨੇ, ਉਹਦੇ ਗੁਣਾਂ ਨੂੰ ਦੇਖਣਾ ਸ਼ੁਰੂ ਕਰ ਦਿਓ, ਤਾਂ ਤੁਹਾਡੇ ਅੰਦਰੋਂ ਮੈਲ ਜਾਣੀ ਸ਼ੁਰੂ ਹੋ ਜਾਵੇਗੀ। ਔਰ ਆਪਣੇ ਵੀ ਗੁਣਾਂ ਨੂੰ ਦੇਖਣਾ ਸ਼ੁਰੂ ਕਰੋ, ਤਾਂ ਕਿ ਤੁਹਾਡੇ ਹੋਰ ਗੁਣ ਵੱਧਦੇ ਜਾਣ ਔਰ ਤੁਹਾਡੀਆਂ ਮੈਲਾਂ ਉਤਰਦੀਆਂ ਚਲੀਆਂ ਜਾਣ। ਇਹ ਦੇਖੋ, ਇਹ ਟਿਪਸ ਦਿੱਤੇ ਨੇ ਸਾਨੂੰ। ਤਾਂ ਫਿਰ ਜਿਵੇਂ ਇਹਨਾਂ ਨੇ ਦੱਸਿਆ ਵੀ ਤੁਸੀਂ ਬੋਲ ਬੋਲ ਕੇ ਕੱਢੋ, ਗੁਰਬਾਣੀ ਵਿੱਚ ਇਸ ਤਰ੍ਹਾਂ ਨਹੀਂ ਸਿਖਾਇਆ। ਕਿਉਂਕਿ ਇਹ ਉਹਨਾਂ ਲਈ ਗੱਲਾਂ ਜਿਹੜੇ ਸਿਮਰਨ ਸਾਧਨਾ ਬੰਦਗੀ ਰੱਬੀ ਕਾਨੂੰਨਾਂ ਨੂੰ ਨਹੀਂ ਸਮਝ ਰਹੇ, ਉਹਨਾਂ ਨੇ ਫਿਰ ਇਹੀ ਮੈਥਡ ਤੀਕਨੇ ਵੀ ਕੱਢ ਲਓ ਅੰਦਰ ਜਿਹੜੇ ਤੁਹਾਡੇ ਭਰਿਆ ਪਿਆ, ਤਾਂ ਕਿ ਤੁਸੀਂ ਰੋਗੀ ਨਾ ਹੋ ਜਾਓ, ਬਿਮਾਰ ਨਾ ਹੋ ਜਾਓ। ਗੁਰਬਾਣੀ ਵਿੱਚ ਜਦੋਂ ਸਿਖਾਉਂਦੇ ਨੇ ਕਿ ਇਹ ਕਰਮਾਂ ਦੀ ਵੀ ਕੋਈ ਥਿਊਰੀ ਚੱਲ ਰਹੀ ਹੈ, ਵੀ ਜਿਹੜਾ ਸਾਡੇ ਨਾਲ ਕੋਈ ਕਰ ਰਿਹਾ ਕਿਤੇ ਨਾ ਕਿਤੇ ਅਸੀਂ ਕੀਤਾ ਹੋਵੇਗਾ, ਜਾਂ ਉਹ ਆਪਣੇ ਮੈਲੇ ਕਰਮਾਂ ਵਿੱਚ ਉਲਝਿਆ ਹੋਇਆ, ਉਹ ਅਣਜਾਣ ਹੈ, ਉਹਦੀ ਗਰੋਥ ਨਹੀਂ ਹੋਈ। ਅਸੀਂ ਇਸ ਦ੍ਰਿਸ਼ਟੀ ਨਾਲ ਵੀ ਦੇਖ ਸਕਦੇ ਬਾਣੀ ਵਿੱਚੋਂ ਲੈ ਕੇ, ਫਿਰ ਵੀ ਅਸੀਂ ਉਹਦੀ ਮੈਲ ਆਪਣੇ ਮਨ ਤੇ ਨਹੀਂ ਰੱਖਾਂਗੇ ਔਰ ਆਪਣੇ ਨੂੰ ਅੱਛਾ ਬਣਾਉਣ ਦੇ ਲਈ, ਆਪਣੇ ਆਪ ਨੂੰ ਪਿਓਰਿਟੀ ਵੱਲ ਲਿਜਾਣ ਦੇ ਲਈ ਅਸੀਂ ਲੱਗ ਜਾਵਾਂਗੇ ਵੀ ਅਸੀਂ ਸੱਚ ਦੇ ਮਾਰਗ ਤੇ ਅਸੀਂ ਚੱਲਣਾ, ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਸੀ ਉਸ ਤੇ ਚੱਲਣਾ। ਪਰ ਨਹੀਂ ਜਿਹੜਾ ਕਰ ਸਕਦੇ, ਉਹ ਫਿਰ ਇਹਨਾਂ ਪੈਟਰਨ ਵਿੱਚ ਵੀ ਜਾ ਕੇ ਆਪਣੇ ਆਪ ਨੂੰ ਮਾਫ ਕਰਨ ਵਾਲਾ ਗੁਣ ਇਹ ਸਿਖਾਉਣਾ ਆ। ਔਰ ਨਾਲ ਇਹ ਜਿਹੜਾ ਯੂਨੀਵਰਸਿਟੀਜ਼ ਵਾਲੇ ਕਹਿੰਦੇ ਨੇ ਵੀ ਤੁਸੀਂ ਕੀ ਕਰਨਾ, ਇਹ ਸਾਰੇ ਚੀਜ਼ਾਂ ਤਾਂ ਤੁਸੀਂ ਸਮਝੀਆਂ, ਆਪਣੇ ਆਪ ਦੇ ਨਾਲ ਪ੍ਰੋਮਿਸ ਕਰੋ ਕਿ ਹੁਣ ਤੁਸੀਂ ਉਸ ਪੇਨ ਵਿੱਚ ਨਹੀਂ ਜਾਣਾ ਔਰ ਸਦਾ ਖੁਸ਼ ਰਹਿਣ ਦੇ ਲਈ, ਉਸ ਪੇਨ ਵਿੱਚੋਂ ਬਾਹਰ ਹੋਣ ਦੇ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਮਾਫ ਕਰਨ ਦੇ ਲਈ, ਉਹ ਤੁਸੀਂ ਕਰਨਾ। ਆ ਜਿਹੜੇ ਵੀ ਤੁਹਾਨੂੰ ਮੈਥਡ ਸਮਝਾਏ ਨੇ, ਇਹਦੇ ਵਿੱਚੋਂ ਜੋ ਵੀ ਕਰ ਸਕਦੇ ਆ ਉਹ ਕਹਿੰਦੇ ਤੁਸੀਂ ਕਰਨਾ। ਹੁਣ ਸਾਡੇ ਲਈ ਤਾਂ ਹੋਰ ਵੀ ਸੌਖਾ ਆ ਗਿਆ ਕਿ ਗੁਰੂ ਮਹਾਰਾਜ ਨੇ ਇੰਨਾ ਦੱਸ ਦਿੱਤਾ ਵੀ ਤੈਨੂੰ ਇੰਨੇ ਇੰਨੇ ਫਲ ਨੇ, ਮਾਫ ਕਰਕੇ ਤੂੰ ਬੰਧਨਾਂ ਤੋਂ ਮੁਕਤ ਹੋ ਜਾਏਗਾ, ਤੈਨੂੰ ਰੋਗ ਨਹੀਂ ਲੱਗਣਗੇ, ਤੈਨੂੰ ਜੰਮ ਨਹੀਂ ਸਤਾਣਗੇ, ਤੂੰ ਪਰਮਾਤਮਾ ਦਾ ਪਿਆਰਾ ਹੀ ਹੋ ਜਾਵੇਂਗਾ। ਤੂੰ ਜਦੋਂ ਐਡੀਆਂ ਵੱਡੇ ਸਾਨੂੰ ਫਲ ਦਿਸਦੇ ਨੇ, ਕਿਸੇ ਨੇ ਇੱਕ ਡਾਕਟਰ ਬਣਨਾ ਹੋਵੇ, ਕਿੰਨੇ ਸਾਲ ਤਪੱਸਿਆ ਕਰਦਾ ਵੀ ਮੈਂ ਡਾਕਟਰ ਬਣ ਜਾਵਾਂਗਾ, ਇਹ ਤਾਂ ਰੱਬ ਦਾ ਹੀ ਰੂਪ ਬਣ ਜਾਣਾ, ਐਡੇ ਵੱਡੇ ਫਲ ਨੇ, ਤਾਂ ਫਿਰ ਇਹ ਕੋਈ ਸਾਡੇ ਲਈ ਵੱਡੀ ਗੱਲ ਨਹੀਂ ਹੋ ਸਕਦੀ। ਉਹ ਫਲ ਦੇਖੋ ਕਿੱਡਾ ਵੱਡਾ, ਤਾਂ ਮਾਫ ਵੀ ਕਰੀਏ ਔਰ ਮਾਫੀ ਮੰਗਣੀ ਵੀ ਜ਼ਰੂਰੀ ਹੈ ਸੰਗਤ ਜੀ, ਉਹ ਅਸੀਂ ਮੰਗਦੇ ਨਹੀਂ। ਮਾਫੀ ਦੀ ਜਦੋਂ ਗੱਲ ਆਉਂਦੀ, ਇਹ ਦੇਖਦਾ ਵੀ ਕਿਹਨੂੰ ਅਸੀਂ ਮਾਫ ਕਰਨਾ, ਅਸੀਂ ਇਹ ਨਹੀਂ ਦੇਖ ਰਹੇ ਕਿ ਮੈਂ ਕਿਸ ਤੋਂ ਮਾਫੀ ਮੰਗਣੀ ਹੈ, ਕਿਉਂਕਿ ਇਹ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਤੁਸੀਂ ਵੀ ਕਿੰਨੇ ਮੈਲਾਂ ਨਾਲ ਭਰੇ ਹੋਏ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮੇਰੋ ਪਾਵੋ ਡੁੱਬਦੇ ਪੱਥਰ ਤਰ। ਇੰਨੇ ਅਸੀਂ ਵੀ ਮੈਲਾਂ ਨਾਲ ਭਰੇ ਹੋਏ ਹਾਂ, ਦੂਸਰੇ ਦੀ ਮੈਲ ਸਾਨੂੰ ਕਿਉਂ ਬਾਰ-ਬਾਰ ਯਾਦ ਆਉਂਦੀ ਹੈ। ਸੋ ਅਸੀਂ ਵੀ ਮਾਫੀਆਂ ਮੰਗੀਏ, ਸਾਹਮਣੇ ਵਾਲੇ ਕੋਲੋਂ ਵੀ, ਪਰਮਾਤਮਾ ਦੇ ਕੋਲੋਂ ਵੀ, ਇਹ ਬਹੁਤ ਜ਼ਰੂਰੀ ਹੈ। ਮਾਰੇ ਕਹਿੰਦੇ ਅਗਰ ਤੁਸੀਂ ਲਿਖੇ ਦੇਣ ਲੱਗੋ ਨਾ ਆਪਣੇ ਕਰਮਾਂ ਦੇ, ਉਹ ਨਹੀਂ ਦਿੱਤੇ ਜਾਣੇ ਤੁਹਾਡੇ ਕੋਲੋਂ। ਲਿਖੇ ਕਤੇ ਨਾ ਛੋਟੇ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਪਰਮਾਤਮਾ, ਅਸੀਂ ਲਿਖੇ ਹਿਸਾਬ ਨਹੀਂ ਆਪਣੇ ਕਰਮਾਂ ਦੇ ਸਕਦੇ, ਅਸੀਂ ਤਾਂ ਰੋਜ਼ ਮੈਲਾਂ ਬੀਜਦੇ ਹਾਂ, ਪਰ ਤੁਸੀਂ ਆਪਣੇ ਬਖਸ਼ਿਸ਼ ਦੇ ਘਰ ਵਿੱਚ ਆਓ, ਸਾਨੂੰ ਬਖਸ਼ ਦਿਓ, ਸਾਡਾ ਪਾਰ ਉਤਾਰਾ ਕਰੋ, ਸਾਨੂੰ ਬੰਧਨਾਂ ਤੋਂ ਮੁਕਤ ਕਰੋ, ਸਾਨੂੰ ਸਾਡਾ ਕਲਿਆਣ ਕਰੋ। ਇਹ ਅਸੀਂ ਬੇਨਤੀਆਂ
ਕਰਨੀਆਂ ਮਹਾਰਾਜ ਜੀ ਸਾਨੂੰ ਸਿਖਾਉਂਦੇ ਨੇ, ਤਾਂ ਇਹਦਾ ਮਤਲਬ ਹੈ ਕਿ ਸਾਨੂੰ ਵੀ ਮਾਫੀਆਂ ਮੰਗਣੀਆਂ ਚਾਹੀਦੀਆਂ ਨੇ। ਉਹਦੇ ਨਾਲ ਕੀ ਹੁੰਦਾ, ਆਪਣੀਆਂ ਗਲਤੀਆਂ ਵੱਲ ਦੇਖਣ ਲੱਗ ਜਾਵਾਂਗੇ ਔਰ ਉਹਨਾਂ ਤੋਂ ਪਾਰ ਹੋਣਾ ਸ਼ੁਰੂ ਹੋ ਜਾਵਾਂਗੇ, ਵਾਪਸ ਨਹੀਂ ਕਰਾਂਗੇ। ਫਿਰ ਵੀ ਹੋ ਸਕਦੀ, ਫਿਰ ਵਾਪਸ ਨਹੀਂ ਕਰਾਂਗੇ। ਇਵੇਂ ਸਾਨੂੰ ਟ੍ਰੇਨਿੰਗ ਇਹ ਮਿਲ ਰਹੀ ਹੈ। ਸੋ ਮਾਫ ਕਰਨਾ, ਮਾਫੀ ਮੰਗ ਲੈਣੀ, ਇੱਕ ਰੱਬੀ ਗੁਣ ਹੈ, ਇੱਕ ਈਸ਼ਵਰੀ ਗੁਣ ਹੈ। ਯੂਨੀਵਰਸਿਟੀਜ਼ ਕਹਿੰਦੀਆਂ ਨੇ ਇਹ ਤਾਂ ਇੱਕ ਮਾਸਟਰ ਕੀ ਹੈ। ਮਾਸਟਰ ਕੀ ਦਾ ਮਤਲਬ ਸਮਝਦੇ ਹੋ ਸੰਗਤ ਜੀ? ਚਾਬੀ ਹੈ, ਸਾਰੇ ਤਾਲਿਆਂ ਦੀ ਚਾਬੀ ਇਹੀ ਹੈ, ਮਾਫ ਕਰ ਦੇਣਾ। ਟੋਟਲ ਹੀਲਿੰਗ ਬਾਏ ਫॉरगिवनेस। ਟੋਟਲ ਦੇ ਵਿੱਚ ਤੁਹਾਡੀ ਫਿਜ਼ੀਕਲ ਹੈਲਥ, ਤੁਹਾਡੀ ਮੈਂਟਲ ਹੈਲਥ ਔਰ ਤੁਹਾਡੇ ਜਿਹੜੇ ਫਾਈਨੈਂਸ਼ੀਅਲ, ਤੁਹਾਡੀ ਜਿਹੜੇ ਨੇ ਫਾਈਨਾਂਸ ਜਿਹੜਾ ਤੁਹਾਡਾ ਅੱਛਾ ਹੋਣ ਲੱਗ ਜਾਂਦਾ, ਔਰ ਤੁਹਾਡੀ ਜਿਹੜੀ ਰਿਲੇਸ਼ਨਸ ਉਹ ਅੱਛੇ ਹੁੰਦੇ ਨੇ, ਔਰ ਤੁਸੀਂ ਸੋਸ਼ਲੀ ਵੀ ਬਹੁਤ ਅੱਛੇ ਹੋ ਜਾਂਦੇ ਹੋ, ਔਰ ਤੁਹਾਡੀ ਸਪਿਰਿਚੁਅਲ ਗਰੋਥ ਹੋਣ ਲੱਗ ਜਾਂਦੀ ਹੈ ਟੋਟਲ ਹੈਲਥ ਫॉरगिवनेस ਦੇ ਥਰੂ। ਗੁਰੂ ਮਹਾਰਾਜ ਨੇ ਪਹਿਲੇ ਸਾਨੂੰ ਟੋਟਲ ਹੈਲਥ ਦੀ ਗੱਲ ਦੇ ਦਿੱਤੀ। ਅੱਜ ਰਿਸਰਚਸ ਦੱਸ ਰਹੀਆਂ ਨੇ, ਮਹਾਰਾਜ ਕਹਿੰਦੇ ਨਾ ਤੈਨੂੰ ਰੋਗ ਲੱਗਣਗੇ, ਨਾ ਤੈਨੂੰ ਜੰਮ ਸਤਾਣਗੇ, ਔਰ ਤੂੰ ਬੰਧਨਾਂ ਤੋਂ ਮੁਕਤ ਹੋ ਜਾਏਗਾ, ਤੂੰ ਪਰਮਾਤਮਾ ਵਿੱਚ ਹੀ ਅਭੇਦ ਹੋ ਜਾਵੇਗਾ। ਸੰਗਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਾਰ ਬ੍ਰਹਮ ਪਰਮਾਤਮਾ ਹਾਜ਼ਰ ਨਾਜ਼ਰ ਹੈ। ਤੋ ਚਲੋ ਸਾਰੇ ਜਾਣੇ ਅਸੀਂ ਸਤਿਗੁਰਾਂ ਕੋਲੋਂ ਸ਼ਕਤੀ ਮੰਗੀਏ ਕਿ ਮਹਾਰਾਜ ਜੀ ਇਹ ਗੁਰਬਾਣੀ ਵਿੱਚ ਜਿਹੜਾ ਤੁਸੀਂ ਸ਼ਬਦ ਦੇ ਰੂਪ ਵਿੱਚ ਸਾਨੂੰ ਐਡਾ ਵੱਡਾ ਗਿਆਨ ਦੇ ਦਿੱਤਾ, ਮਾਫ ਕਰਨਾ, ਮਾਫੀ ਮੰਗ ਲੈਣੀ, ਸਾਡੀ ਸਾਰੀ ਸੰਗਤ ਨੂੰ ਮਹਾਰਾਜ ਜੀ ਪਹਿਲਾਂ ਤਾਂ ਆਪ ਜੀ ਸਾਨੂੰ ਮਾਫ ਕਰ ਦਿਓ। ਸਾਡੇ ਜਨਮਾਂ ਦੀਆਂ ਕੀਤੀਆਂ ਭੁੱਲਾਂ, ਗਲਤੀਆਂ, ਸਾਡੇ ਔਗਣ, ਸਾਡੇ ਗੁਨਾਹ ਸਾਨੂੰ ਮਾਫ ਕਰ ਦਿਓ। ਔਰ ਜਿਨ੍ਹਾਂ ਨੂੰ ਅਸੀਂ ਜਨਮਾਂ ਤੋਂ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਦੁੱਖ ਦੇ ਕੇ ਆਏ ਹਾਂ, ਤੰਗ ਕਰਕੇ ਆਏ ਹਾਂ, ਉਹਨਾਂ ਰੂਹਾਂ ਤੋਂ ਵੀ ਮਹਾਰਾਜ ਜੀ ਸਾਨੂੰ ਮਾਫੀ ਦਿਓ। ਔਰ ਸਾਡੇ ਨਾਲ ਵੀ ਅਗਰ ਕਿਸੇ ਨੇ ਬੁਰਾ ਕੀਤਾ ਤਾਂ ਅਸੀਂ ਵੀ ਸਭ ਨੂੰ ਅੱਜ ਹਿਰਦੇ ਵਿੱਚੋਂ ਮਾਫ ਕਰਕੇ ਔਰ ਆਪਣੇ ਹਿਰਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਉਸ ਇੱਕ ਓੰਕਾਰ ਨੂੰ, ਉਸ ਵਾਹਿਗੁਰੂ ਨੂੰ ਵਸਾਈਏ। ਐਸੀ ਰਹਿਮਤ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਜੀ ਐਸੀ ਰਹਿਮਤ ਕਰੋ, ਸਾਡੇ ਸਾਰਿਆਂ ਦੇ ਹਿਰਦੇ ਸ਼ੁੱਧ ਹੋ ਜਾਣ, ਸਾਰੇ ਅਸੀਂ ਪਾਰ ਬ੍ਰਹਮ ਪਰਮਾਤਮਾ ਵਿੱਚ ਅਭੇਦ ਹੋ ਜਾਈਏ। ਐਸੀਆਂ ਰਹਿਮਤਾਂ ਕਰੋ ਜੀ। ਸੰਗਤ ਜੀ, ਹੁਣ ਆਪ ਜੀ ਦੇ ਨਾਲ ਇੱਕ ਮੈਂ ਛੋਟੀ ਜੀ ਸ਼ੇਅਰ ਕਰਾਂਗੀ ਇਸ ਦੁਨੀਆ ਦੀ ਘਟਨਾ, ਕਿਉਂਕਿ ਸਾਨੂੰ ਵੀ ਸਾਰਿਆਂ ਨੂੰ ਲੱਗ ਰਿਹਾ ਵੀ ਮਾਫ ਕਰਨਾ ਬਹੁਤ ਔਖਾ ਹੈ। ਮੈਂ ਵੀ ਸੁਣਾ ਦਿੱਤਾ ਬਾਣੀ ਦੇ ਵਿੱਚੋਂ, ਤਾਂ ਬਾਣੀ ਦੇ ਵਚਨ ਨੇ, ਜ਼ਰੂਰੀ ਨਹੀਂ ਕਿ ਇਸ ਅਵਸਥਾ ਦੇ ਵਿੱਚ ਅਸੀਂ ਪਹੁੰਚੇ ਹੋਈਏ, ਇਹ ਕੋਈ ਜ਼ਰੂਰੀ ਨਹੀਂ ਹੈ। ਬਾਣੀ ਪੜ੍ਹ ਕੇ ਸੁਣਾ ਦੇਣੀ, ਉਹਦੇ ਗਿਆਨ ਦੀ ਵਿਆਖਿਆ ਕਰ ਦੇਣੀ, ਇਹ ਕੋਈ ਵੱਡੀ ਗੱਲ ਨਹੀਂ। ਬਾਣੀ ਰੂਪ ਜੀਵਨ ਹੋ ਜਾਣਾ ਹੀ ਸਾਰੀ ਖੇਡ ਹੈ। ਉਹ ਇਤਿਹਾਸ ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਹੋਈ ਨਾ, ਤਾਂ ਇੱਕ ਲੜਕੀ ਸੀ ਕੌਰੀ, ਤਾਂ ਉਹ ਕੀ ਕਰਦੇ ਸਨ, ਜਰਮਨੀ ਦੇ ਵਿੱਚ ਨਾ ਲੋਕਾਂ ਨੂੰ ਕੈਦੀ ਬਣਾਇਆ ਸੀ, ਗੁਲਾਮ ਬਣਾਇਆ ਸੀ। ਇੱਕ ਜੇਲ੍ਹ ਵਰਗਾ ਹੀ ਇੱਕ ਕੈਂਪ ਸੀ, ਜਿਹਨੂੰ ਕਨਸੈਂਟ੍ਰੇਸ਼ਨ ਕੈਂਪ ਕਹਿੰਦੇ ਨੇ। ਜੇਲ੍ਹ ਵਰਗਾ ਹੀ ਕੈਂਪ ਸੀ ਜਿੱਥੇ ਕਿ ਉਹਨਾਂ ਨੂੰ ਬਹੁਤ, ਉਹਨਾਂ ਦਾ ਬੁਰਾ ਹਾਲ ਸੀ, ਟੌਰਚਰ ਕੀਤਾ ਜਾਂਦਾ ਸੀ, ਖਾਣ ਨੂੰ ਵੀ ਉਹਨਾਂ ਦੀ ਦੁਰਦਸ਼ਾ ਕੀਤੀ ਹੋਈ ਸੀ ਹਰ ਤਰ੍ਹਾਂ। ਇਹ ਜਿਹੜਾ ਉੱਥੇ ਦਾ ਗਾਰਡ ਸੀਗਾ ਨਾ, ਉਹ ਬਹੁਤ ਹੀ ਅਤਿਆਚਾਰੀ ਸੀ। ਸਾਰੇ ਵੈਸੇ ਤਾਂ ਅਤਿਆਚਾਰ ਬਹੁਤ ਕਰਦੇ ਸਨ, ਪਰ ਇਹ ਗੌਰੀ ਜਿੱਥੇ ਸੀ ਉੱਥੇ ਦਾ ਗਾਰਡ ਬਹੁਤ ਹੀ ਜ਼ਿਆਦਾ ਅਤਿਆਚਾਰ ਕਰਦਾ ਸੀ। ਔਰ ਉਸ ਗਾਰਡ ਨੇ ਇਹਦੇ ਸਾਹਮਣੇ ਇਹਦੇ ਪਿਓ ਨੂੰ ਸ਼ੂਟ ਕੀਤਾ, ਇਹਦੇ ਭਰਾ ਨੂੰ, ਇਹਦੀ ਜਵਾਨ ਭੈਣ ਨੂੰ ਸ਼ੂਟ ਕੀਤਾ, ਮਤਲਬ ਇਹਦੇ ਸਾਹਮਣੇ ਮਾਰ ਸਕੇ। ਇਹ ਕਿਸੇ ਨਾ ਕਿਸੇ ਤਰ੍ਹਾਂ ਬਚ ਬਚਾ ਕੇ ਉਸ ਕੈਂਪ ਦੇ ਵਿੱਚੋਂ ਨਿਕਲ ਗਈ ਬਾਹਰ। ਬਹੁਤ ਦੁਖੀ ਸੀ, ਰੱਬ ਨੂੰ ਵੀ ਕੋਸਦੀ ਸੀ। ਇਦਾਂ ਹੀ ਹੁੰਦਾ ਬੰਦੇ ਦੇ ਜਦੋਂ ਹਾਲਾਤ ਇਸ ਤਰ੍ਹਾਂ ਹੁੰਦੇ ਨੇ। ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਚਰਚ ਦੇ ਨਾਲ ਇਹਦਾ ਜਾਣਾ ਹੋਇਆ, ਔਰ ਉੱਥੇ ਦੇ ਜੋ ਇਹਨੇ ਲੈਸਨਸ ਲਏ ਤਾਂ ਇਹਨੂੰ ਅੱਛਾ ਲੱਗਣ ਲੱਗ ਗਿਆ। ਇੰਟੈਲੀਜੈਂਟ ਸੀ ਇਹ, ਬੁੱਧੀਮਾਨ ਸੀ, ਔਰ ਇਹ ਉਹ ਸਿੱਖਣ ਲੱਗ ਗਈ ਔਰ ਲੈਕਚਰ ਵੀ ਕਰਨ ਲੱਗ ਗਈ। ਇਹ ਉਹ ਜੋ ਬੋਲੇ ਜਾ ਰਹੇ ਸਨ, ਜੋ ਸਿਖਾਏ ਜਾ ਰਹੇ ਸਨ, ਜੋ ਚਰਚਸ ਦੀਆਂ ਸਿੱਖਿਆਵਾਂ ਸਨ, ਉਹ ਉਹਨਾਂ ਦੇ ਲੈਕਚਰ ਵੀ ਕਰਨ ਲੱਗ ਗਈ। ਤੋ 4 ਸਾਲਾਂ ਦੇ ਅੰਦਰ ਅੰਦਰ ਇਹਨੂੰ ਇੰਨੀ ਕੁ ਜ਼ਿਆਦਾ ਟ੍ਰੇਨਿੰਗ ਉਹਨਾਂ ਨੇ ਦੇ ਦਿੱਤੀ, ਇਹ ਅੱਛਾ ਬੋਲ ਲੈਂਦੀ ਹੈ, ਇੰਨੀ ਕੁ ਟ੍ਰੇਨਿੰਗ ਦੇ ਦਿੱਤੀ, ਤਾਂ ਫਿਰ ਇਹਨੂੰ ਅਲੱਗ-ਅਲੱਗ ਦੇਸ਼ਾਂ ਵਿੱਚ ਭੇਜਿਆ ਜਾਣ ਲੱਗ ਗਿਆ ਵੀ ਤੂੰ ਜਾ ਕੇ ਇਹ ਲੈਕਚਰ ਕਰ।
ਇਹਦਾ ਜ਼ਿਆਦਾ ਜਿਹੜਾ ਟੌਪਿਕ ਸੀਗਾ ਇਹਦੇ ਕੋਲ ਫॉरगिवनेस ਐਂਡ ਲਵ, ਮਤਲਬ ਮਾਫ ਕਰ ਦੇਣਾ ਤੇ ਪਿਆਰ ਕਰਨਾ, ਇਹਦੇ ਉੱਤੇ ਜ਼ਿਆਦਾ ਲੈਕਚਰ ਦਿੰਦੀ ਸੀ। ਇੱਕ ਵਾਰ ਇਹ ਜਰਮਨੀ ਦੇ ਕਿਊਮਿਕ ਚਰਚ ਦੇ ਵਿੱਚ ਉੱਥੇ ਆਪਣਾ ਲੈਕਚਰ ਦੇ ਰਹੀ ਹੈ ਵੀ ਮਾਫ ਕਰ ਦਿਓ ਔਰ ਪਿਆਰ ਦੇ ਵਿੱਚ ਰਹੋ। ਇਹਦਾ ਲੈਕਚਰ ਇੰਨਾ ਕੁ ਪ੍ਰਭਾਵਸ਼ਾਲੀ ਸੀ, ਇੰਨਾ ਕੁ ਪ੍ਰਭਾਵਸ਼ਾਲੀ ਸੀ ਸੰਗਤ ਜੀ, ਕਿ ਜਿੰਨੇ ਵੀ ਉੱਥੇ ਲੋਕ ਬੈਠੇ ਸਨ ਉਹ ਰੋਣ ਲੱਗ ਗਏ। ਉਹ ਮਤਲਬ ਉਹਨਾਂ ਨੇ ਕਿਹਾ ਅੱਜ ਤੋਂ ਅਸੀਂ ਕੀਤਾ ਮਾਫ, ਔਰ ਆਪਣਾ ਵੀ ਕਨਫੈਸ ਕਰਨ ਲੱਗ ਗਏ। ਇਹਦੇ ਅੱਗੇ ਕਨਫੈਸ ਮਤਲਬ ਆਪਣਾ ਕਨਫੈਸ ਕਰਨ ਲੱਗ ਗਏ ਜਿਹੜੇ ਗੁਨਾਹ, ਜਿਹੜੀਆਂ ਗਲਤੀਆਂ ਕੀਤੀਆਂ ਸਨ। ਇਹ ਤਾਂ ਬੰਦਾ ਪਾਪ ਆਪਣੇ ਛੁਪਾ ਕੇ ਰੱਖਦਾ, ਪਰ ਉਹ ਸਾਰੇ ਉੱਥੇ ਆਪਣੇ ਸ਼ੇਅਰ ਕਰਨ ਲੱਗ ਗਏ, ਔਰ ਇੰਨਾ ਸਾਰਿਆਂ ਨੇ ਲਾਈਟ ਫੀਲ ਕੀਤਾ ਵੀ ਜਿਵੇਂ ਪਤਾ ਨਹੀਂ ਅੱਜ ਸਾਨੂੰ ਕੀ ਮਿਲ ਗਿਆ। ਸੋ ਇਹ ਜਿਹੜੀ ਕੌਰੀ ਸੀ, ਇਹ ਜਦੋਂ ਲੋਕਾਂ ਨੂੰ ਇਵੇਂ ਦੇਖ ਰਹੀ ਸੀ ਨਾ, ਇਹਦਾ ਅੰਦਰਲਾ ਸਿਸਟਮ ਇਹਨੂੰ ਕਹਿ ਰਿਹਾ ਸੀ ਵੀ ਆ ਜੋ ਤੂੰ ਬੋਲੀ ਹੈ ਕਿ ਤੇਰਾ ਜੀਵਨ ਵੀ ਇਹ ਹੈ। ਆ ਤੇਰੇ ਕਹੇ ਤੇ ਲੈਕਚਰ ਦੇ ਤੇ ਮਾਫ ਵੀ ਕਰ ਰਹੇ ਨੇ, ਮਾਫੀਆਂ ਵੀ ਮੰਗ ਰਹੇ ਨੇ, ਆਪਣੇ ਗੁਨਾਹ ਵੀ ਦੱਸਣ ਲੱਗ ਗਏ। ਕੋਈ ਇਹਨਾਂ ਨੂੰ ਹੁਣ ਝਿਜਕ ਨਹੀਂ ਆ ਵੀ ਉਹ ਅਸੀਂ ਮੈਲਾਂ ਸਾਫ਼ ਕਰਨੀਆਂ, ਆਪਣੇ ਗੁਨਾਹ ਵੀ ਦੱਸੀਏ ਔਰ ਮਾਫ ਵੀ ਕਰ ਰਹੇ ਨੇ, ਕਿ ਤੇਰਾ ਜੀਵਨ ਇਹ ਹੈ। ਸੋ ਬੋਲਦਿਆਂ ਵੀ ਮਨ ਇਹਦੇ ਮਨ ਵਿੱਚ ਆ ਰਿਹਾ ਸੀ। ਚਲੋ ਸਾਰੇ ਲੋਕਾਂ ਨੇ ਇਹਦਾ ਬੜਾ ਉੱਥੇ ਥੈਂਕਸ ਕੀਤਾ, ਇਹਨੂੰ ਇੱਕ ਮਤਲਬ ਰੱਬ ਦਾ ਹੀ ਰੂਪ ਦੇਖਿਆ। ਸੋ ਇਵੇਂ ਇਹ ਫਿਰ ਚਰਚ ਚੋਂ ਬਾਹਰ ਆਈ। ਜੋ ਇਹ ਬਾਹਰ ਆਈ ਚਰਚ ਦੇ ਵਿੱਚੋਂ, ਤਾਂ ਉੱਥੇ ਇੱਕ ਸਾਹਮਣੇ ਲੰਬਾ ਉੱਚਾ ਜਵਾਨ ਹੱਟਾ ਕੱਟਾ ਉਹ ਸਾਹਮਣੇ ਇਸ ਦੇ ਆ ਕੇ ਖੜ ਗਿਆ। ਇਹ ਕੌਣ ਸੀ? ਇਹ ਉਹੀ ਸੀ ਜਿਹੜਾ ਕਿ ਗਾਰਡ ਸੀ, ਜਿੱਥੇ ਕੈਦ ਜੇਲ੍ਹ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀ। ਉਹੀ ਗਾਰਡ ਸੀ ਜਿਹਨੇ ਇਹਦੇ ਪਿਓ ਨੂੰ ਸ਼ੂਟ ਕੀਤਾ ਸੀ ਇਹਦੀ ਅੱਖਾਂ ਦੇ ਸਾਹਮਣੇ, ਇਹਦੇ ਭਰਾ ਨੂੰ, ਇਹਦੀ ਜਵਾਨ ਭੈਣ ਨੂੰ ਸ਼ੂਟ ਕੀਤਾ ਸੀ ਇਹਦੀ ਅੱਖਾਂ ਦੇ ਸਾਹਮਣੇ। ਔਰ ਕਦੀ ਇਹਦਾ ਖਿਆਲ ਵੀ ਇਹਨੂੰ ਆ ਜਾਂਦਾ ਸੀ ਨਾ, ਸੁਪਨੇ ਵਿੱਚ ਵੀ ਖਿਆਲ ਆ ਜਾਂਦਾ ਸੀ, ਤਾਂ ਕੌਰੀ ਥਰ ਥਰ ਕੇ ਕੰਬ ਜਾਂਦੀ ਸੀ। ਇਹਦੀ ਰੂਹ ਏਦਾਂ ਸ਼ਰਿੰਕ ਹੋ ਜਾਂਦੀ ਸੀ ਉਹਦੇ ਅਤਿਆਚਾਰ, ਉਹਦੇ ਜ਼ੁਲਮਾਂ ਨੂੰ ਯਾਦ ਕਰਕੇ। ਅੱਜ ਇਹ ਗਾਰਡ ਸਾਹਮਣੇ ਖੜਾ ਔਰ ਕੌਰੀ ਨੂੰ ਕਹਿ ਰਿਹਾ ਵੀ ਜੋ ਤੂੰ ਅੰਦਰ ਬੋਲ ਕੇ ਆਈ ਹੈ, ਜੋ ਤੂੰ ਅੰਦਰ ਲੈਕਚਰ ਦਿੱਤਾ ਬੋਲ ਕੇ ਆਈ ਹੈ, ਮੈਂ ਤਾਂ ਸਮਝਾਂਗਾ ਕਿ ਤੂੰ ਉਹ ਠੀਕ ਹੀ ਬੋਲਿਆ, ਤੇਰਾ ਵੀ ਜੀਵਨ ਉਹੀ ਹੈ, ਅਗਰ ਤੂੰ ਆਪਣਾ ਹੱਥ ਮੇਰੇ ਹੱਥ ਵਿੱਚ ਦੇ ਦੇਵੇਂ। ਔਰ ਦੂਸਰਾ ਮੈਂ ਸਮਝਾਂਗਾ, ਨਹੀਂ ਤਾਂ ਮੈਂ ਕਹੂੰਗਾ ਇਹ ਫੇਕ ਹੈ, ਤੂੰ ਮਤਲਬ ਬੋਲ ਕੁਛ ਹੋ ਰਹੀ ਆ, ਤੇਰੇ ਅੰਦਰ ਕੁਛ ਹੋ ਰਿਹਾ, ਤਾਂ ਇਦਾਂ ਬਾਕੀਆਂ ਦੇ ਜੀਵਨ 'ਚ ਵੀ ਨਹੀਂ ਕੋਈ ਬਦਲਾਵ ਆ ਸਕਦਾ ਜੇ ਤੂੰ ਇੰਨਾ ਬੋਲੀ ਆ, ਤੇਰੇ ਨਹੀਂ ਫਰਕ ਪਿਆ। ਦੂਸਰਾ ਉਹਨੇ ਕਿਹਾ ਅਗਰ ਤੂੰ ਮੇਰੇ ਹੱਥ ਵਿੱਚ ਹੱਥ ਦੇ ਦਿੰਨੀ ਆ, ਤਾਂ ਇਹਦਾ ਮਤਲਬ ਮੈਂ ਸਮਝਾਂਗਾ ਤੂੰ ਮੈਨੂੰ ਫੋਰਗਿਵ ਕਰ ਦਿੱਤਾ, ਜਿਹੜੀਆਂ ਮੈਂ ਇੰਨੀਆਂ ਗਲਤੀਆਂ ਕੀਤੀਆਂ, ਇੰਨੇ ਅਤਿਆਚਾਰ ਕੀਤੇ, ਤੂੰ ਮੈਨੂੰ ਮਾਫ ਕਰ ਦਿੱਤਾ। ਤੀਸਰਾ ਮੈਂ ਇਹ ਸਮਝਾਂਗਾ ਜੇ ਤੂੰ ਮੈਨੂੰ ਮਾਫ ਕਰ ਦਿੱਤਾ ਤਾਂ ਮੈਨੂੰ ਪਰਮਾਤਮਾ ਨੇ ਵੀ ਮਾਫ ਕਰ ਦਿੱਤਾ। ਹੁਣ ਕੌਰੀ ਕਹਿੰਦੀ ਇੱਥੇ ਮੇਰੇ ਅੰਦਰ ਮਤਲਬ ਐਡੀ ਹਲਚਲ, ਤੂਫਾਨ ਉੱਠਣਾ ਸ਼ੁਰੂ ਹੋ ਗਿਆ। ਇੱਕ ਪਾਸੇ ਉਹ ਬੰਦਾ ਮੇਰੇ ਸਾਹਮਣੇ ਖੜਾ ਜਿਹੜਾ ਇੰਨਾ ਅਤਿਆਚਾਰੀ ਸੀ, ਜਿਹਨੇ ਮੇਰੇ ਪਿਓ ਨੂੰ ਸ਼ੂਟ ਕੀਤਾ, ਮੇਰੇ ਭਰਾ ਨੂੰ, ਮੇਰੀ ਭੈਣ ਨੂੰ ਸ਼ੂਟ ਕੀਤਾ, ਇੰਨਾ ਜ਼ਿਆਦਾ ਅਤਿਆਚਾਰੀ ਸੀ ਜਿਹਦਾ ਖਿਆਲ ਆ ਕੇ ਵੀ ਮੈਂ ਕੰਬ ਜਾਂਦੀ ਸੀ। ਇੱਕ ਪਾਸੇ ਮੇਰੇ ਉਹ ਬੰਦਾ ਖੜਾ, ਦੂਸਰੇ ਪਾਸੇ 4 ਸਾਲਾਂ ਤੋਂ ਉਹ ਜਿਹੜੀਆਂ ਮੈਂ ਸਿੱਖਿਆਵਾਂ ਲਈਆਂ ਔਰ ਜਿੱਤੇ ਮੈਂ ਲੈਕਚਰ ਕਰ ਰਹੀ ਹਾਂ, ਜਿਹਨੂੰ ਮੈਂ ਖੁਦ ਵੀ ਸੁਣ ਰਹੀ ਹਾਂ, ਜਦੋਂ ਬੋਲਦਾ ਬੰਦਾ ਖੁਦ ਵੀ ਸੁਣ ਰਿਹਾ ਹੁੰਦਾ, ਜਿੱਤੇ ਮੈਂ ਲੈਕਚਰ ਕਰ ਰਹੀ ਹਾਂ, ਉਹ ਕਹਿੰਦੀ ਉਹ ਦੋਨੋਂ ਮੇਰੇ ਅੰਦਰ ਚੱਲਣੇ ਸ਼ੁਰੂ ਹੋ ਗਏ। ਪਰ ਉਹ ਕੌਰੀ ਕਹਿੰਦੀ ਹੈ ਇੱਕਦਮ ਫਿਰ ਕੀ ਹੋਇਆ, ਉਹ ਜਿਹੜਾ ਫॉरगिवनेस ਐਂਡ ਲਵ ਦਾ ਪੱਲੜਾ ਭਾਰੀ ਹੋ ਗਿਆ। ਮੈਨੂੰ ਪਤਾ ਹੀ ਨਹੀਂ ਚੱਲਿਆ ਕਿਹੜੇ ਵੇਲੇ ਮੇਰਾ ਹੱਥ ਉਸ ਅਤਿਆਚਾਰੀ, ਜਿਹਨੂੰ ਮੈਂ ਮਤਲਬ ਇਹੀ ਮਨ ਵਿੱਚ ਇਮੇਜ ਬਣਾਈ ਹੋਈ ਸੀ, ਉਹਦੇ ਹੱਥ ਵਿੱਚ ਜਦੋਂ ਮੇਰਾ ਹੱਥ ਚਲਾ ਗਿਆ, ਉਸ ਤੋਂ ਬਾਅਦ ਫਿਰ ਕਹਿੰਦੀ ਕੀ ਕਮਾਲ ਹੋਇਆ, ਇੱਕਦਮ ਬਿਜਲੀ ਰੌਂਗੀ ਮੇਰੇ ਹੀ ਆਪਣੇ ਅੰਦਰ, ਮੇਰੇ ਆਸ-ਪਾਸ ਦੇ এনवायरमेंट ਦੇ ਵਿੱਚ, ਔਰ ਮੈਨੂੰ ਸੱਚੀ ਮੁੱਚੀ ਹੀ ਉਸ ਦੇ ਨਾਲ ਪ੍ਰੇਮ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਸੋ ਇਹਦਾ ਮਤਲਬ ਜਦੋਂ ਅਸੀਂ ਬਾਣੀ ਨੂੰ ਇਹ ਬਾਰ-ਬਾਰ ਪੜ੍ਹੀ ਜਾਂਦੇ, ਸਮਝਾਈ ਜਾਂਦੇ ਆਪਣੇ ਮਨ ਨੂੰ, ਤਾਂ ਫਿਰ ਉਹ ਸਾਡੀਆਂ ਮੈਲਾਂ ਉਤਰ ਕੇ, ਚਾਹੇ ਉਹ ਚੱਲ ਵੀ ਰਹੀਆਂ ਹੁੰਦੀਆਂ ਨੇ ਅੰਦਰ, ਤਾਂ ਸਾਡਾ ਕਿਹੜਾ ਪੱਲੜਾ ਭਾਰੀ ਹੋ ਜਾਂਦਾ? ਮਾਫ ਕਰਨ ਦਾ, ਪ੍ਰੇਮ ਦਾ ਪੱਲੜਾ, ਸੱਚ ਦਾ ਪੱਲੜਾ, ਜੋ ਸੱਚਾ ਗਿਆਨ ਹੈ, ਬਾਣੀ ਦਾ ਪੱਲੜਾ ਫਿਰ ਭਾਰੀ ਹੋ ਜਾਂਦਾ। ਤੋ ਅਸੀਂ ਬਾਣੀ ਨੂੰ ਬਾਰ-ਬਾਰ ਪੜ੍ਹੀਏ,
ਵਿਚਾਰੀਏ, ਆਪਣੇ ਜੀਵਨ ਦਾ ਹਿੱਸਾ ਉਹਨੂੰ ਬਣਨ ਦੇਈਏ, ਬਣਨ ਦੇਈਏ। ਸੰਗਤ ਜੀ, ਹੋਈਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਆਪ ਜੀ ਬਖਸ਼ ਦੇਣਾ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਹੀ ਸੰਗਤਾਂ ਦੀਆਂ ਅਸੀਸਾਂ, ਤੁਹਾਡਾ ਪ੍ਰੇਮ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ, ਔਰ ਤੁਹਾਡੀਆਂ ਅਸੀਸਾਂ ਪਿੱਛੇ ਮਹਾਰਾਜ ਜੀ ਸਾਨੂੰ ਵੀ ਬਖਸ਼ ਦੇਣਗੇ। ਕੋਟਾਨ ਕੋਟਾਨ ਸ਼ੁਕਰਾਨਾ। ਦਿਲ ਦੀਆਂ ਗਹਿਰਾਈਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।